मंच देख रहे सारे दर्शकों का एक बार स्वागत है। पिछलियां कुछ वीडियो साडियां क्वांटम थ्योरी ते सीगियां ते साडी जिहड़ी सब तो पहली वीडियो सीगी वो परम मुंडे जी नाल सीगी। परम मुंडे जी इस फील्ड नाल बहुत ज़्यादा गहरे जुड़े हुए ने ते पंजाबी दे विच पहली किताब क्वांटम वास्ते किताब इन्हां दी देन आ। ये वो बुक आ जिहड़ी क्वांटम विग्यान नूं पंजाबी दे विच लैके आई। तो पहला तो स्वागत करते हैं परम मुंडे जी, बहुत स्वागत। परम मुंडे जी दी इस फील्ड नाल इन्ने गहराई नाल जुड़े हुए ने कि इस टाइम 10 बज चुके ने रात के, तो मोगे तो मेरे को आए ने इस विषय ते गल करन लई। तां इस इन्हां दी जिहड़ी गंभीरता नूं इस गल तो समझिया जा सकदा। दूजी गल ये है कि क्वांटम विग्यान एक इहो जी शब्दावली लैके आउंदा जिहड़ी कि आम तौर ते असीं वरतदे नहीं, तां करके साडा ये कंसैप्ट नूं थोड़ा जिहा औखा, एक आम दर्शक औखा समझदा। ते परम मुंडे जी बारे जिहड़ी जाण पछाण असीं पिछली वीडियो दे विच भी कर चुके हैं, ते अज कुछ असीं जिहड़े कुछ इहदे क्वांटम विग्यान के कुछ पक्ष सीगे उन्हां नूं फिर दोबारा छाउण की कोशिश करांगे। पर मुंडे जी बहुत स्वागत तुहाडा जी, तुसीं आए ते असीं उम्मीद करांगे तुहाडे कोलों कि तुसीं इन क्वांटम विग्यान बारे, इहदे कंसैप्ट्स बारे गहराई दे विच तां जाओ, पर एक आम बंदा जिस तरीके नाल समझ सकदा उस भाशा दे विच गल करो। तां क्योंकि आम तौर पर भाषा एड्डी बोझल हो जाती है कि आम बंदे दे समझ दे विच नहीं आउंदी। तो पहला मैं तो ये जानना चाहूँगा कि क्वांटम विग्यान है की? ਜਿਹੜੀ ਸਾਇੰਸ ਹੈ ਜੀ, ਫਿਜ਼ਿਕਸ ਹੈ ਜਿਹੜੀ ਸਾਇੰਸ ਦਾ ਸਬਜੈਕਟ ਹੈ ਕਿ ਤਾਂ ਇਹ ਦੋ ਟਾਈਪ ਨਾਲ ਮਤਲਬ ਸਮਝੀ ਜਾਂਦੀ ਹੈ, ਇੱਕ ਕਲਾਸੀਕਲ ਤੇ ਇੱਕ ਕੁਆਂਟਮ। ਕਲਾਸੀਕਲ ਪੁਰਾਣੀ ਸਾਇੰਸ ਹੈ ਜਿਹੜੀ, ਜਿਹੜਾ ਪਹਿਲਾਂ ਤੋਂ ਸਾਡੀ ਜਿਹੜੀ ਧਾਰਨਾ ਸੀਗੀ ਸੰਸਾਰ ਨੂੰ ਮਤਲਬ ਸਮਝਣ ਦੀ, ਜੋ ਫਿਜ਼ਿਕਸ ਸੰਸਾਰ ਦੇ ਜਿਹੜੇ ਨਿਯਮ ਸੀਗੇ, ਜਿਵੇਂ ਨਿਊਟਨ ਦੇ ਨਿਯਮ ਸੀਗੇ, ਗਲੀਲੀਓ ਦੇ ਟਾਈਮ ਤੋਂ ਸ਼ੁਰੂ ਹੋਈ ਵੀ ਸਾਇੰਸ ਹੈ ਜੋ, ਤਾਂ ਉਹ ਉੱਥੇ ਤੋਂ ਸ਼ੁਰੂ ਹੋ ਜਾਂਦੀ ਹੈ ਆਲਮੋਸਟ। ਅਤੇ ਉਸ ਤੋਂ ਬਾਅਦ ਫਿਰ ਇਹ ਆਈਨਸਟਾਈਨ ਉਹਨਾਂ ਦੇ ਟਾਈਮ ਤੱਕ, ਜਦੋਂ ਇਹ ਮੈਕਸਵੈਲ ਆਇਆ ਅਤੇ ਇੱਕ ਹੋਰ ਸੀਗਾ ਇਹਦੇ ਵਿੱਚ ਹੇਜ਼ਨਬਰਗ ਅਤੇ ਇੱਕ ਪੌਲੀ ਹੁੰਦਾ ਸੀ, ਅਤੇ ਇਹਨਾਂ ਦੇ ਟਾਈਮ ਫਿਰ ਇਹ ਕੁਆਂਟਮ ਦਾ ਟਾਈਮ ਸ਼ੁਰੂ ਹੋ ਗਿਆ। ਅਤੇ ਦੋਨਾਂ ਦੇ ਵਿੱਚ ਡਿਫਰੈਂਸ ਇਹ ਰਿਹਾ ਕਿ ਕਲਾਸੀਕਲ ਜਿਹੜੀ ਫਿਜ਼ਿਕਸ ਸੀਗੀ ਉਸ ਦੇ ਵਿੱਚ ਕੁਛ ਚੀਜ਼ਾਂ ਨੂੰ ਸਮਝਾਉਣਾ ਮੁਸ਼ਕਲ ਸੀਗਾ, ਕੁਛ ਸਾਇੰਸ ਦੀਆਂ ਥਿਊਰੀਆਂ ਨੂੰ ਸਮਝਾਉਣਾ ਮੁਸ਼ਕਲ ਸੀ, ਅਤੇ ਕੁਛ ਐਸੇ ਕੰਸੈਪਟ ਜਿਹੜੇ ਸਮਝ ਤੋਂ ਲੱਗਦਾ ਸੀ ਵੀ ਕੁਝ ਹੋਰ ਚੀਜ਼ ਹੈ, ਕੋਈ ਹੋਰ ਮੈਟਰ ਹੈ ਇਹ, ਵੀ ਉਹ ਕਲਾਸੀਕਲ ਫਿਜ਼ਿਕਸ ਦੇ ਮੈਥ ਨਾਲ ਜਾਂ ਉਸਦਾ ਸਹਾਰਾ ਲੈ ਕੇ ਉਹਨਾਂ ਨੂੰ ਸਮਝਾਉਣਾ ਮੁਸ਼ਕਲ ਸੀ, ਅਤੇ ਉਸ ਨੂੰ ਸਮਝਾਉਣ ਦੇ ਲਈ ਇਸ ਦੀ ਇਜਾਦ ਹੋਈ ਕੁਆਂਟਮ ਦੀ। ਕੁਆਂਟਮ ਫਿਜ਼ਿਕਸ ਨੂੰ ਹੌਲੀ ਹੌਲੀ ਮਤਲਬ ਰਚਿਆ ਗਿਆ। ਫਿਰ ਇਸ ਦੇ ਵਿੱਚ ਬਾਅਦ ਵਿੱਚੋਂ ਇਸ ਦਾ ਜਿਹੜਾ ਮੇਨ ਕੁਆਂਟਮ ਸ਼ਬਦ ਹੈ ਜਿਹੜਾ, ਇਹ ਲਾਈਟ ਕੁਆਂਟਾ ਕਿਹਾ ਗਿਆ ਸੀ ਸਭ ਤੋਂ ਪਹਿਲਾਂ, ਇਹਨੂੰ ਆਈਨਸਟਾਈਨ ਵੱਲੋਂ ਸ਼ਾਇਦ ਕਿਹਾ ਗਿਆ ਸੀ ਕਿ ਲਾਈਟ ਦੀ ਜਿਹੜੀ ਇੱਕ ਯੂਨਿਟ ਹੈ, ਐਨਰਜੀ ਦੀ ਯੂਨਿਟ ਹੈ, ਸਭ ਤੋਂ ਜਿਹੜੀ ਐਸੀ ਯੂਨਿਟ ਜਿਸ ਨੂੰ ਹੋਰ ਅੱਗੇ ਨਹੀਂ ਤੋੜਿਆ ਜਾ ਸਕਦਾ ਜਾਂ ਪੋਸੀਬਲ ਹੀ ਨਹੀਂ ਹੈ ਉਸ ਤੋਂ ਇਲਾਵਾ, ਮਤਲਬ ਉਸ ਤੋਂ ਬਿਨਾਂ। ਜਿਵੇਂ ਇੱਕ ਯੂਨਿਟ ਆਉਂਦੀ ਜਿਹੜੀ, ਜੇ 1 ਕਿਲੋ ਹੈ, ਵੈਸੇ ਅੱਧਾ ਕਿਲੋ ਵੀ ਹੁੰਦਾ, 2 ਕਿਲੋ ਵੀ ਹੁੰਦਾ, ਪਰ 2 ਕਿਲੋ ਨੂੰ ਅਸੀਂ 2 ਹਿੱਸਿਆਂ 'ਚ ਵੰਡ ਸਕਦੇ। 1 ਕਿਲੋ ਦੇ 2 ਵੱਟੇ ਹੋ ਜਾਂਦੇ ਹਨ, 3 ਕਿਲੋ 'ਚ 3 ਆ ਜਾਂਦੇ ਆ, ਪਰ ਉਹ 1 ਕਿਲੋ ਹੈ ਜਿਹੜਾ, ਉਸ ਦੇ ਜਾਂ ਤਾਂ ਅੱਧਾ ਕਿਲੋ ਦੇ 2 ਵੱਟਿਆਂ ਨਾਲ ਬਣੇਗਾ, ਪਰ ਉਹਦਾ ਉਹ ਜਿਹੜੀ ਕੁਆਂਟਿਟੀ 1 ਕਿਲੋ ਹੈ, ਜਿਵੇਂ ਯੂਨਿਟਾਂ ਦੇ ਵਿੱਚ ਅਸੀਂ ਕਿਲੋਗ੍ਰਾਮ, ਮੀਟਰ ਯੂਜ਼ ਕਰਦੇ ਹਾਂ, ਸੈਕਿੰਡ ਯੂਜ਼ ਕਰਦੇ ਹਾਂ, ਜਿਵੇਂ 1 ਮਿੰਟ ਉਹਦੇ ਤਾਂ ਅੱਗੇ 60 ਸੈਕਿੰਡ ਹੋ ਜਾਂਦੇ ਆ। ਜਾਣੀ ਕਿ ਉਹ ਮਾਪ ਦੇ ਇੱਕੋ, ਉਹ ਤੋਂ ਹੋਰ ਜ਼ਿਆਦਾ ਛੋਟਾ ਮਾਪ ਨਹੀਂ, ਸਾਨੂੰ ਜਿਹੜਾ ਛੋਟਾ ਮਾਪ ਆ ਉਹਨੂੰ ਕੁਆਂਟਮ ਕਹਿੰਦੇ ਨੇ। ਇਹਦਾ ਮਤਲਬ ਇਹ ਹੋਇਆ। ਅਸਲ ਵਿੱਚ ਇਸ ਨੂੰ ਸਮਝਣ ਦੇ ਲਈ ਇੱਕ ਤਾਰ ਹੁੰਦੀ ਹੈ, ਜਿਵੇਂ ਤੂੰਬੀ ਦੀ ਤਾਰ ਹੋਈ ਜਾਂ ਵਾਇਲਨ ਦੀ ਕੋਈ ਤਾਰ ਹੋਈ,
ਉਸ ਨੂੰ ਅਸੀਂ ਵਿਚਾਲੇ ਤੋਂ ਪਕੜ ਕੇ ਥੱਲੇ ਨੂੰ ਦੱਬਦੇ ਹਾਂ ਉਂਗਲ ਨਾਲ, ਤਾਂ ਉਹ ਥੱਲੇ ਜਾਏਗੀ। ਤੇ ਉਸ ਤੋਂ ਬਾਅਦ ਉਸ ਨੂੰ ਛੱਡ ਦਿੰਦੇ ਹਾਂ, ਉਹ ਵਾਈਬ੍ਰੇਟ ਕਰਨ ਲੱਗ ਜਾਂਦੀ ਹੈ। ਉਹ ਇੱਕ ਸਿੰਪਲ ਹਾਰਮੋਨਿਕ ਮੋਸ਼ਨ ਕਹਿੰਦੇ ਨੇ ਉਸ ਨੂੰ, ਜਿਹੜੀ ਉਹ ਮੋਸ਼ਨ ਦੇ ਵਿੱਚ ਉਹ ਵਾਈਬ੍ਰੇਟ ਕਰੇਗੀ। ਤੇ ਉਸ ਦੇ ਵਿੱਚ ਇੱਕ ਮਿਨੀਮਮ એનર્ਜੀ ਚਾਹੀਦੀ ਆ ਉਸ ਨੂੰ ਛੇੜਨ ਲਈ, ਤਾਰ ਨੂੰ, ਕਿ ਉਹ ਵਾਈਬ੍ਰੇਟ ਕਰਨ ਲੱਗ ਜਾਵੇ। ਅਗਰ ਉਸ ਤੋਂ ਘੱਟ એનર્ਜੀ ਯੂਜ਼ ਕਰਾਂਗੇ ਵਾਈਬ੍ਰੇਟ ਨਹੀਂ ਕਰੇਗੀ। ਉਹ ਮਿਨੀਮਮ એનર્ਜੀ 1 ਕੁਆਂਟਮ ਤੋਂ ਘੱਟ ਨਹੀਂ ਯੂਜ਼ ਹੋ ਸਕਦੀ। ਉਹ ਉਸਦੇ ਵਿੱਚ ਉਸਦੇ ਕੋਲ ਫਰੀडम ਹੈ ਕਿ 1 ਕੁਆਂਟਮ ਇਸ ਦਾ ਰੀਜ਼ਨ ਹੈ ਇੱਕ, ਕਿਉਂਕਿ ਇਹ ਮੇਜਰਮੈਂਟ ਤੇ ਕੰਮ ਕਰਦੀ ਹੈ। ਕੁਆਂਟਮ ਮਕੈਨਿਕਸ ਮੇਜਰਮੈਂਟ ਦੇ ਨਤੀਜੇ ਦੇ ਤੌਰ ਤੇ ਇਸ ਨੂੰ ਪੇਸ਼ ਕੀਤਾ ਜਾਂਦਾ ਮੈਥਮੈਟਿਕਲੀ ਵੀ, ਗਣਿਤਕ ਤੌਰ ਤੇ, ਕਿ ਸਭ ਤੋਂ ਪਹਿਲਾਂ ਅਗਰ ਉਹ ਵਾਈਬ੍ਰੇਟ ਕਰਦੀ ਵੀ ਹੋਵੇ, 1 ਕੁਆਂਟਮ ਤੋਂ ਘੱਟ એનર્ਜੀ ਰੱਖਦੀ ਹੋਵੇ ਉਹ, ਤਾਂ ਉਸ ਨੂੰ ਡਿਟੈਕਟ ਕਿਵੇਂ ਕਰਾਂਗੇ? ਸਾਨੂੰ ਪਤਾ ਕਿਵੇਂ ਲੱਗੇਗਾ? ਕੋਈ ਯੰਤਰ ਹੀ ਦੱਸੇਗਾ ਸਾਨੂੰ? ਕੋਈ ਸਾਡੇ ਕੋਲ ਇੱਦਾਂ ਦਾ ਕੋਈ ਟੂਲ ਹੋਣਾ ਚਾਹੀਦਾ। ਤੇ ਉਹ ਟੂਲ ਤਾਂ ਸਿੰਪਲ ਹੈ ਕਿ ਅਸੀਂ ਵੈਸੇ ਅੱਖਾਂ ਨਾਲ ਦੇਖ ਲੈਂਦੇ ਹਾਂ ਕਿ ਵੀ ਆਹ ਚੀਜ਼ ਕੋਈ ਵਾਈਬ੍ਰੇਟ ਕਰ ਰਹੀ ਹੈ, ਜਾਂ ਅੱਖਾਂ ਨਾਲ, ਜਾਂ ਕੋਈ ਦੂਰਬੀਨ, ਕੀ ਕਹਿੰਦੇ ਆਪਣੇ ਖੁਰਦਬੀਨ ਹੁੰਦੀ ਹੈ, ਇਹ ਸੂਖਮਦਰਸ਼ੀ, ਤਾਂ ਉਹਦੇ ਨਾਲ ਉਹ ਕੀ ਯੂਜ਼ ਕਰਦੀ ਹੈ? ਲਾਈਟ ਯੂਜ਼ ਕਰਦੀ ਹੈ। ਕਿਉਂਕਿ ਲਾਈਟ ਇੱਕ ਮਾਤਰ ਇੱਕ ਐਸੀ ਚੀਜ਼ ਹੈ ਜਿਹੜੀ ਕਿਸੇ ਚੀਜ਼ ਨੂੰ ਸਾਨੂੰ ਮਹਿਸੂਸ ਕਰਾਉਂਦੀ ਹੈ ਵੀ ਉਹ ਚੀਜ਼ ਹੈ, ਅਨੁਭਵ ਕਰਾਉਂਦੀ ਹੈ। ਤੇ ਉਹ ਲਾਈਟ ਹੈ ਜਿਹੜੀ, ਹੁਣ ਉਹ ਲਾਈਟ ਦੀ ਜਿਹੜੀ એનર્ਜੀ ਹੈ, ਜਿਹੜੀ ਲਾਈਟ ਦੀ ਵੇਵ ਹੈ, ਤਾਂ ਲਾਈਟ ਦੀ ਵੇਵ 1 ਕੁਆਂਟਮ ਤੋਂ ਘੱਟ ਨਹੀਂ ਹੋ ਸਕਦੀ। ਵੇਵ ਦੀ ਜਿਹੜੀ ਇੱਕ ਵੇਵ ਦੀ ਉਸਦੀ ਉਹ ਹੈ એનર્ਜੀ ਹੈ, ਜੋ ਉਸਦਾ ਇੱਕ ਸਾਈਕਲ ਹੈ ਜਿਹੜਾ, ਉਹ ਯੂਜ਼ ਹੁੰਦਾ ਉੱਥੇ ਡਿਟੈਕਟ ਕਰਨ ਲਈ। ਅਗਰ ਉਸ ਤੋਂ ਘੱਟ ਵਾਲੀ ਚੀਜ਼ ਨੂੰ ਨਹੀਂ ਡਿਟੈਕਟ ਕਰ ਪਾਏਗਾ ਉਹ ਮਿਨੀਮਮ 1 ਕੁਆਂਟਮ ਨਾਲ ਮਤਲਬ ਉਹ ਉਸ ਨੂੰ ਡਿਟੈਕਟ ਕਰ ਪਾਏਗਾ, ਕਿਉਂਕਿ ਉਸਦੀ ਆਪਣੀ ਜਿੰਨੀ ਕਪੈਸਿਟੀ ਹੈ ਉਹ 1 ਕੁਆਂਟਮ ਹੈ। ਉਹ 1 ਕੁਆਂਟਮ ਤੋਂ ਘੱਟ ਨੂੰ ਡਿਟੈਕਟ ਹੀ ਨਹੀਂ ਕਰ ਪਾਏਗਾ। ਅਗਰ ਉਹ ਫਰੀडम ਦੇ ਨਾਲ ਕੋਈ ਤਾਰ ਵਾਈਬ੍ਰੇਟ ਕਰਦੀ ਵੀ ਹੋਵੇ, ਇੰਨੀ ਕੁ ਉਸਨੂੰ ਫਰੀडम ਹੈ ਕਿ ਜਦੋਂ ਤੱਕ ਉਹ 1 ਕੁਆਂਟਮ ਨਹੀਂ ਹੋ ਜਾਂਦੀ, ਜਦੋਂ ਉਦੋਂ ਤੱਕ ਉਹ ਡਿਟੈਕਟ ਨਹੀਂ ਹੋਣੀ। ਠੀਕ ਹੈ ਜੀ, ਉਹੀ ਹੋ ਗਿਆ ਨਾ ਵੀ ਇੱਕ ਮਿਨੀਮਮ ਕੁਆਂਟੀਟੀ ਜਿਹੜੀ એનર્ਜੀ ਦੇ ਉਹਨੂੰ ਪੁਆਇੰਟ ਹੋ ਗਿਆ, એનર્ਜੀ ਦੀ ਇੱਕ ਮਿਨੀਮਮ ਕੁਆਂਟੀਟੀ। ਜਾਂ ਫਿਰ ਇਸ ਨੂੰ ਇੱਕ ਹੋਰ ਤਰੀਕੇ ਨਾਲ ਸਮਝ ਸਕਦੇ ਹਾਂ ਅਸੀਂ ਕਿ ਉਹ ਇੱਕ ਸੈਂਪਲ ਹੈ। ਜਿਵੇਂ ਅਸੀਂ ਆਪਣਾ ਬਲੱਡ ਚੈੱਕ ਕਰਾਉਂਦੇ ਹਾਂ ਕਿ ਬਲੱਡ ਵਿੱਚ ਕੀ ਕਿਹੜਾ ਕੋਈ, ਜਿਵੇਂ ਉਹ ਸੈੱਲ ਵਗੈਰਾ ਦੇਖਦੇ ਹੁੰਦੇ ਆ ਡਾਕਟਰ ਜਾਂ ਜੋ ਵੀ ਉਹ ਕਿੰਨੇ ਸੈੱਲ ਨੇ, ਜਾਂ ਕੀ ਇਹਦੇ 'ਚ ਉਹ HB ਲੈਵਲ ਕੀ ਹੈ, ਤੇ ਉਹ ਜਿਹੜੀ ਉਸ ਮੇਅਰਮੈਂਟ ਦੇ ਵਿੱਚ ਆ ਜਾਣ ਦੀ ਰੇਂਜ ਦੇ ਵਿੱਚ, ਉਸਦੇ ਲਈ ਉਹ ਇੱਕ ਸੈਂਪਲ ਲੈ ਲੈਂਦਾ ਜੀ ਡਾਕਟਰ ਸਾਹਿਬ, ਜਿਹਦੇ ਉਹਨਾਂ ਕੇ ਸੈਂਪਲ ਜਿਹਦੇ 'ਚ ਬਲੱਡ ਨੂੰ ਬਲੱਡ ਕਿਹਾ ਜਾਂਦਾ ਹੈ। ਉਹ ਇੱਕ ਛੋਟਾ ਜਿਹਾ ਸੈਂਪਲ ਹੀ ਸਾਰੇ ਨੂੰ ਡਿਫਾਈਨ ਕਰ ਦਿੰਦਾ। ਚਲੋ ਠੀਕ ਹੈ ਸਰ। ਅੱਛਾ, ਇੱਕ ਚੀਜ਼ ਇੱਕ ਆਉਂਦੀ ਆ ਕੁਆਂਟਮ ਐਂਟੈਂਗਲਮੈਂਟ। ਹਾਂਜੀ, ਤੇ ਇਹਦੇ ਬਾਰੇ ਕੁਝ ਚਾਨਣਾ ਪਾ ਸਕੋ ਤਾਂ? ਇੰਟੈਂਗਲਮੈਂਟ ਇੱਕ ਬੜਾ ਇੰਟਰਸਟਿੰਗ ਜਿਹਾ ਸਬਜੈਕਟ ਹੈ। ਇੰਟੈਂਗਲਮੈਂਟ ਦਾ ਜਿਹੜਾ ਦੇਸੀ ਮਤਲਬ ਹੈ, ਦੇਸੀ ਭਾਸ਼ਾ ਵਿੱਚ ਕਿਹਾ ਜਾਵੇ, ਉਹ ਹੈਗਾ ਇੱਕ ਚੀਜ਼ ਦਾ ਦੂਜੀ ਚੀਜ਼ ਨਾਲ ਬੰਨੀ ਜਾਣਾ। ਕਿ ਇੱਕ ਚੀਜ਼ ਦੇ ਨਾਲ ਦੂਜੀ ਚੀਜ਼ ਰਿਲੇਟਡ ਹੈ। ਵੈਸੇ ਇੰਟੈਂਗਲਮੈਂਟ ਦਾ ਅਗਰ ਆਪਾਂ ਡਿਕਸ਼ਨਰੀ 'ਚ ਅਰਥ ਦੇਖਦੇ ਹਾਂ ਤਾਂ ਉਹ ਮਿਲਦਾ ਸਾਨੂੰ ਉਲਝਣ, ਕਿ ਕੋਈ ਚੀਜ਼ ਕਿਸੇ ਹੋਰ ਚੀਜ਼ ਨਾਲ ਉਲਝੀ ਹੋਈ ਹੈ। ਉਹ ਇਸ ਤਰ੍ਹਾਂ ਨਾਲ ਇਲੈਕਟ੍ਰੋਨਸ ਦੇ ਜਿਵੇਂ ਪਾਰਟੀਕਲਸ ਦੇ ਲਈ, ਜਿਹੜੇ ਪਾਰਟੀਕਲ ਇੰਟੈਂਗਲਡ ਹੁੰਦੇ ਨੇ, ਉਹਨਾਂ ਲਈ ਇਹ ਉਹਨੂੰ ਇੰਟੈਂਗਲਡ ਕਹਿੰਦੇ ਨੇ। ਅਤੇ ਉਹ ਇੰਟੈਂਗਲਡ ਹੋਰ ਵੱਡੀਆਂ ਚੀਜ਼ਾਂ ਵੀ ਇੰਟੈਂਗਲਡ ਹੁੰਦੀਆਂ ਨੇ, ਜਿਵੇਂ ਇੱਕ ਟੌਸ ਦੇ ਨਾਲ ਅੱਗੇ ਉਹ ਬੰਨਿਆ ਹੁੰਦਾ ਮੈਚ ਪੂਰਾ, ਕਿ ਕਿਹੜੀ ਟੀਮ ਪਹਿਲਾਂ ਬੈਟਿੰਗ ਕਰੇਗੀ, ਕਿਹੜੀ ਬੋਲਿੰਗ ਕਰੇਗੀ। ਉਹ ਇੰਟੈਂਗਲ ਹੋਈ ਵੀ ਹੁੰਦੀ ਹੈ ਟੌਸ ਦੇ ਨਾਲ, ਕਿ ਅਗਰ ਉਹ ਹੈੱਡ ਆਇਆ ਤਾਂ ਉਹ ਜਿੱਤੇਗਾ, ਅਤੇ ਟੇਲ ਆਇਆ ਤਾਂ ਉਹ ਜਿੱਤੇਗਾ। ਅੱਗੇ ਘਟਨਾਵਾਂ ਜਿਹੜੀਆਂ ਉਸ ਦੇ ਨਾਲ ਜੁੜੀਆਂ ਹੋਈਆਂ ਨੇ। ਤਾਂ ਖੈਰ ਇੰਟੈਂਗਲਮੈਂਟ ਦਾ ਜਿਹੜਾ ਸਾਇੰਸ ਦੇ ਵਿੱਚ, ਫਿਜ਼ਿਕਸ ਦੇ ਵਿੱਚ ਥੋੜ੍ਹਾ ਜਿਹੜਾ ਮੀਨਿੰਗ ਹੈ ਇਹ ਥੋੜ੍ਹਾ ਜਿਹਾ ਮੈਥੇਮੈਟੀਕਲ ਹੈ। ਅਤੇ ਬੜਾ ਸਿੰਪਲ ਹੀ ਮੈਥੇਮੈਟਿਕਸ ਹੈ, ਇਸਦਾ ਕੋਈ ਜ਼ਿਆਦਾ ਇੰਨਾ ਕਠਿਨ ਨਹੀਂ ਹੈਗਾ, ਪਰ ਹੈ ਕਾਫੀ ਇੰਟਰਸਟਿੰਗ ਦੇ ਨਾਲ ਨਾਲ ਕਾਫੀ ਹੈਰਾਨ ਕਰਨ ਵਾਲਾ ਵੀ ਹੈ। ਵੀ ਹਾਂ, ਇਹਦੇ ਵਿੱਚ 2 ਸ਼ਬਦ ਯੂਜ਼ ਹੁੰਦੇ ਆ, ਐਂਟੀ ਸਮੈਟ੍ਰਿਕ ਫੰਕਸ਼ਨ ਅਤੇ ਸਮੈਟ੍ਰਿਕ ਫੰਕਸ਼ਨ।
ਤੇ ਇਹ ਇੱਕ ਟੈਕਨੀਕਲ ਥੋੜਾ ਜਿਹਾ ਟਰਮ ਆ ਗਈ ਇਸ ਦੇ ਵਿੱਚ ਵੀ, ਉਹ ਸਮਰੂਪ ਫੰਕਸ਼ਨ ਹੈ ਤੇ ਇੱਕ ਨਹੀਂ ਮਤਲਬ ਆਪਾਂ ਐਂਟੈਂਗਲਮੈਂਟ ਨੂੰ ਕਿਵੇਂ ਸਮਝ ਸਕਦੇ ਹਾਂ? ਮਤਲਬ ਇੱਕ ਆਮ ਬੰਦਾ ਦੇ ਉਹਨੂੰ ਜੇ ਸਮਝਾਉਣਾ ਹੋਵੇ ਤੁਸੀਂ ਕੀ ਕਹੇਂਗੇ ਵੀ ਐਂਟੈਂਗਲਡ ਕੀ ਹੁੰਦੇ ਆ? ਇਸ ਦੇ ਲਈ ਇੱਕ ਤਾਂ ਐਗਜ਼ਾਮਪਲ ਇਹਦਾ ਕਿ ਆਇਨਸਟਾਈਨ ਤੇ ਬੋਹਰ ਦੀ ਇੱਕ ਉਹ ਹੋਈ ਸੀਗੀ ਡਿਬੇਟ ਕਿਸੇ ਵੇਲੇ ਤਾਂ ਉਹਨਾਂ ਦੇ ਵਿੱਚ ਉਹਨਾਂ ਨੇ ਇਸ ਚੀਜ਼ ਨੂੰ ਕਾਫੀ ਮਤਲਬ ਦੱਸਿਆ ਸੀ, ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। YouTube ਤੇ ਵੀਡੀਓ ਪਏ ਨੇ ਕਾਫੀ ਉਹਦੇ ਇਸ ਨਾਲ ਰਿਲੇਟਡ। ਪਰ ਤੁਸੀਂ ਵੀਡੀਓ ਕਹਾਣੀ ਨਾਲ ਜੇ ਅਗਰ ਸਮਝੋਗੇ ਕੋਈ ਚੀਜ਼ ਨੂੰ, ਉਹ ਠੀਕ ਹੈ, ਕਹਾਣੀ ਤੁਹਾਨੂੰ ਇੰਟਰਸਟਿੰਗ ਲੱਗੇਗੀ। ਵੀਡੀਓ ਗ੍ਰਾਫਿਕ ਦੇ ਵਿੱਚ ਬਹੁਤ ਸੋਹਣਾ ਸੋਹਣਾ ਬਣਾਇਆ ਹੁੰਦਾ ਉਹਨਾਂ ਨੇ ਸਾਰਾ, ਕੰਪਿਊਟਰ ਦੀ ਮਦਦ ਨਾਲ ਵੀ ਉਹ ਜਾਂ ਕਹਾਣੀ ਤਾਂ ਜਿਵੇਂ ਮੈਂ ਸ਼ਬਦਾਂ ਨਾਲ ਹੀ ਸੁਣਾ ਦਿੰਦਾ ਤੁਹਾਨੂੰ, ਜਿਵੇਂ ਦਸਤਾਨੇ ਨੇ, ਇੱਕ ਖੱਬੇ ਹੱਥ ਦਾ ਇੱਕ ਸੱਜੇ ਹੱਥ ਦਾ, ਤੇ ਇਹਨਾਂ ਦੇ ਵਿੱਚੋਂ ਤੁਸੀਂ ਇੱਕ ਨੂੰ ਦੋ ਅਲੱਗ-ਅਲੱਗ ਡੱਬਿਆਂ 'ਚ ਬੰਦ ਕਰ ਲਓ। ਇੱਕ ਨੂੰ ਇੱਥੇ ਇੱਕ ਡੱਬਾ ਰੱਖ ਲਓ ਧਰਤੀ ਦੇ ਉੱਤੇ, ਉਹਦੇ ਵਿੱਚ ਬੰਦ ਕਰ ਦਿਓ। ਇੱਕ ਨੂੰ ਰੱਖ ਦਿਓ ਕਾਫੀ ਦੂਰ ਰੱਖ ਦਿਓ ਕਿਤੇ, ਜਾਂ ਨੇੜੇ ਰੱਖ ਲਓ ਚਾਹੇ ਦੂਰ ਰੱਖ ਲਓ, ਕੋਈ ਫਰਕ ਨਹੀਂ ਪੈਣਾ ਜੀ ਉਸਨੂੰ। ਮਤਲਬ ਆਇਨਸਟਾਈਨ ਕਹਿੰਦਾ ਸੀਗਾ ਕਿ ਇਹ ਦੋਵੇਂ ਐਡੀ ਕੋਈ ਵੱਡੀ ਚੀਜ਼ ਨਹੀਂ ਹੈਗੀ ਇਹ ਜਿਹੜੀ, ਕਿ ਇਹ ਤਾਂ ਇੱਕ ਟ੍ਰਿਕ ਹੈ ਕਿ ਇਹਦੇ 'ਚ ਅਗਰ ਖੱਬਾ ਹੋਏਗਾ ਦੂਜੇ 'ਚ ਸੱਜਾ ਹੋਏਗਾ। ਇਹ ਤਾਂ ਇੱਕ ਆਮ ਗੱਲ ਹੈ, ਕੋਈ ਜਾਦੂ ਨਹੀਂ ਹੈ ਇਹ ਵੀ ਇੱਥੋਂ ਇੱਕ ਨੂੰ ਚੰਦਰਮਾ 'ਤੇ ਰੱਖਿਆ ਗਿਆ ਤੇ ਇੱਕ ਨੂੰ ਧਰਤੀ 'ਤੇ ਰੱਖਿਆ ਗਿਆ। ਤੇ ਜਦੋਂ ਧਰਤੀ ਦੇ ਉੱਤੇ ਡੱਬੇ ਨੂੰ ਖੋਲ੍ਹ ਕੇ ਦੇਖਦੇ ਹਾਂ ਤਾਂ ਮੰਨ ਲਓ ਇਹਦੇ 'ਚ ਖੱਬਾ ਨਿਕਲਦਾ ਦਸਤਾਨਾ, ਤੇ ਨੈਚੁਰਲੀ ਸਾਨੂੰ ਪਤਾ ਲੱਗ ਜਾਂਦਾ ਕਿ ਚੰਦਰਮਾ ਦੇ ਉੱਤੇ ਸੱਜਾ ਹੋਊਗਾ। ਮਤਲਬ ਉੱਥੇ ਕੀ ਹੈ ਇੰਸਟੈਂਟਲੀ ਪਤਾ ਲੱਗ ਜਾਂਦਾ ਸਾਨੂੰ ਕਿ ਜਿਹੜੀ ਇਨਫੋਰਮੇਸ਼ਨ ਹੈ ਉਹ ਪ੍ਰਕਾਸ਼ ਦੀ ਸਪੀਡ ਤੋਂ ਵੀ ਤੇਜ਼ ਟਰੈਵਲ ਕਰ ਗਈ। ਅੱਛਾ ਮੇਰੀ ਗੱਲ ਸੁਣ, ਲੇਕਿਨ ਇਸ 'ਚ ਕੋਈ ਜਾਦੂ ਤਾਂ ਹੈ ਨਹੀਂ। ਦੇਖੋ ਇੱਕ ਚੀਜ਼ ਤਾਂ ਇਹ ਹੋ ਗਈ ਕਿ ਇੱਕ ਦਸਤਾਨਾ ਹੋ ਗਿਆ ਇੱਧਰ, ਉਹ ਖੱਬਾ ਹੋ ਗਿਆ ਉੱਥੇ ਚੱਲਿਆ ਗਿਆ ਸੱਜਾ। ਹਾਂਜੀ, ਪਰ ਇਹ ਵੀ ਸੁਣਨ ਦੇ ਵਿੱਚ ਕਿ ਦੋਏ ਇੱਕ ਦੂਜੇ ਨਾਲ ਇੰਟੈਂਗਲਡ ਰਹਿੰਦੇ ਨੇ, ਵੀ ਜੇ ਇੱਧਰ ਕੋਈ ਛੇੜਛਾੜ ਹੁੰਦੀ ਆ ਤਾਂ ਦੂਜੇ ਨਾਲ ਵੀ ਹੁੰਦੀ ਆ। ਇਹਦੇ ਵਿੱਚ ਇਹਦੇ ਹਾਂ, ਉਹਦੇ ਲਈ ਫਿਰ ਉਹ ਦੂਜਾ ਇਹ ਸੀਗਾ ਇੱਕ ਹੋਰ ਦੂਜੀ ਉਦਾਹਰਨ ਦਿੱਤੀ ਜਾਂਦੀ ਹੈ ਕਿ ਇੱਕ ਇਹਦੇ 'ਤੇ ਵੀਡੀਓ ਵਿੱਚ ਜਿਵੇਂ ਦਿਖਾਇਆ ਜਾਂਦਾ YouTube 'ਤੇ ਕਿ ਇੱਕ ਗੋਲ ਚੱਕਰ ਹੈ, ਉਹਦੇ 'ਚ ਜਿਵੇਂ ਉਹ ਲਾਲ ਨੀਲਾ ਇੱਦਾਂ ਦੇ ਉਹ ਰੰਗ ਲਗਾਏ ਹੋਏ ਨੇ, ਉਹ ਜਿਵੇਂ ਉਹ ਜੂਏ ਵਾਲੇ ਖੇਡਦੇ ਹੁੰਦੇ ਆ ਵੀ ਅਗਰ ਉਸ 'ਤੇ ਆ ਗਿਆ ਤਾਂ ਉਹ ਚੀਜ਼ TV ਸ਼ੋਅ ਦੇ ਵਿੱਚ ਵੀ ਹੁੰਦਾ ਹੈ। ਤਾਂ ਉਹਦੇ ਵਿੱਚ ਦੋ ਚੱਕਰ ਨੇ, ਇੱਕ ਇੱਥੇ ਰੱਖਿਆ ਹੋਇਆ, ਇੱਕ ਚੰਦਰਮਾ 'ਤੇ ਰੱਖਿਆ ਹੋਇਆ, ਤੇ ਉਹ ਦੋਵੇਂ ਇੰਟੈਂਗਲਡ ਨੇ। ਇੰਟੈਂਗਲਡ ਉਹ ਕਿਸ ਅਦ੍ਰਿਸ਼ ਉਹਦੇ ਨਾਲ ਨੇ, ਕਿਸੇ ਤਰ੍ਹਾਂ ਦੇ ਕੀ ਉਹ ਸਿਗਨਲਾਂ ਦਾ ਆਦਾਨ ਪ੍ਰਦਾਨ ਹੁੰਦਾ ਉਹਨਾਂ ਦੇ ਵਿੱਚ, ਕਿਉਂਕਿ ਦਸਤਾਨੇ ਦਾ ਤਾਂ ਮੰਨ ਲਿਆ ਕਿ ਉਹ ਪ੍ਰੀ ਡਿਸਾਈਡਡ ਨੇ, ਪਹਿਲਾਂ ਹੀ ਉਹ ਫੈਸਲਾ ਹੋਇਆ ਵਾ ਉਹਨਾਂ ਦਾ ਵੀ ਇੱਕ ਖੱਬਾ ਦੂਜਾ ਸੱਜਾ। ਉਹ ਤਾਂ ਮਤਲਬ ਮੰਨ ਲਿਆ ਵੀ ਇੱਕ ਟ੍ਰਿਕ ਹੋ ਗਿਆ। ਲੇਕਿਨ ਉਹਦੇ ਵਿੱਚ ਸੱਚਮੁੱਚ ਇੱਕ ਜਾਦੂ ਮਹਿਸੂਸ ਹੁੰਦਾ ਜਿਹੜਾ ਉਹ ਗੋਲ ਚੱਕਰ ਨੇ, ਕਿ ਇੱਥੇ ਅਗਰ ਉਹ ਸੂਈ ਹੈ ਜਿਹੜੀ ਲਾਲ 'ਤੇ ਰੁਕੀ ਤਾਂ ਦੂਜੇ ਇਹਨੂੰ ਘੁਮਾਇਆ ਤੇ ਲਾਲ 'ਤੇ ਰੁਕੇਗੀ, ਤਾਂ ਦੂਜਾ ਪੱਕਾ ਹੋ ਜਾਂਦਾ ਕਿ ਦੂਜੀ ਹੁਣ ਨੀਲੇ 'ਤੇ ਰੁਕੇਗੀ। ਕਿ ਉਹਨਾਂ ਦੇ ਵਿੱਚ ਕੋਈ ਗਰਾਰੀ ਨਹੀਂ ਲੱਗੀ ਵੀ ਜਾਂ ਕੋਈ ਇਸ ਤਰ੍ਹਾਂ ਦੀ ਤਾਰ ਨਹੀਂ ਲੱਗੀ ਵੀ। ਕਿ ਉਹ ਕਿਸ ਤਰ੍ਹਾਂ ਨਾਲ ਉਹ ਜਾਣਕਾਰੀ ਸ਼ੇਅਰ ਕਰ ਦਿੰਦੇ ਕਿ ਇੱਧਰ ਜਦੋਂ ਲਾਲ ਆ ਜਾਂਦਾ ਉਹ ਦੂਜੇ ਨੂੰ ਕਿਵੇਂ ਦੱਸ ਦਿੰਦਾ ਗੋਲ ਚੱਕਰ ਨੂੰ ਕਿ ਮੈਂ ਲਾਲ 'ਤੇ ਆ ਗਿਆ, ਹੁਣ ਤੂੰ ਨੀਲੇ 'ਤੇ ਰੁਕੀ। ਵੀ ਉਹਨਾਂ ਦੇ ਵਿੱਚ ਕੋਈ ਇਨਫੋਰਮੇਸ਼ਨ ਦੀ ਉਹ ਹੁੰਦੀ ਹੈ ਇੰਸਟੈਂਟਲੀ, ਕਿ ਇੰਸਟੈਂਟਲੀ ਉਹ ਪੱਕਾ ਹੋ ਜਾਂਦਾ ਕਿ ਦੂਜੇ ਮਤਲਬ ਇਹ ਸਪਿਨ ਦੇ ਲਈ ਯੂਜ਼ ਕੀਤਾ ਜਾਂਦਾ ਕਿ ਅਗਰ ਇੱਕ ਉਹਦੇ ਵਿੱਚ ਫੋਟੋਨ ਨੇ ਜਿਹੜੇ ਤਾਂ ਉਹ ਅਗਰ ਜੋੜਾ ਹੁੰਦਾ ਜਿਹੜਾ ਉਹਨਾਂ ਦਾ, ਤੇ ਉਹ ਅਗਰ ਇੱਕ ਲੈਫਟ ਹੈਂਡਡ ਸਪਿਨ ਹੈ ਤੇ ਉਹ ਦੂਜਾ ਰਾਈਟ ਹੈਂਡਡ ਹੋਊਗਾ। ਉਹਨਾਂ ਨੂੰ ਚਾਹੇ ਤੁਸੀਂ ਜਿੰਨਾ ਮਰਜ਼ੀ ਦੂਰ ਲੈ ਜਾਓ ਆਪਸ ਵਿੱਚ, ਅਨੰਤ ਜਾਣੀ ਕਿ ਉਹ ਜਿਵੇਂ ਆਇਨਸਟਾਈਨ ਕਹਿੰਦਾ ਸੀਗਾ, ਜਿਹੜੀ ਉਨੀ ਗੱਲ ਸਿੰਪਲ ਵੀ ਨਹੀਂ ਹੈਗੀ, ਇਹਦੇ ਵਿੱਚ ਕਈ ਇਹੋ ਜਿਹੇ ਭੇਤ ਹੈਗੇ ਨੇ ਜਿਹੜੀ ਅਜੇ ਤੱਕ ਪਕੜ ਦੇ ਵਿੱਚ ਨਹੀਂ ਆਏ, ਇਹ ਕਹਿ ਰਹੇ ਹੋ ਨਾ? ਹਾਂ, ਉਹ ਕਹਿੰਦਾ ਸੀਗਾ ਕਿ ਸ਼ਾਇਦ ਅਸੀਂ ਕੁਝ ਹੋਰ ਐਸੇ ਉਹ ਛੱਡਤੇ ਆ ਜਿਹੜੇ ਹਜੇ ਕੁਝ ਹੋਰ ਜਾਣਨਾ ਬਾਕੀ ਹੈ, ਹੋਰ ਖੋਜਣਾ ਬਾਕੀ ਹੈ, ਜੋ ਇਸ ਨੂੰ ਦੱਸੇਗਾ ਕਿ ਇਹਨਾਂ ਦਾ ਰੀਜ਼ਨ ਕੀ ਹੈ। ਅੱਛਾ ਸਰ, ਇੱਕ ਨਾ ਤੇ ਇੱਕ ਮੈਂ ਦਰਸ਼ਕਾਂ ਨੂੰ ਵੀ ਦੱਸਣਾ ਚਾਹੂੰਗਾ, ਇੱਕ ਕੁਆਂਟਮ ਵਿਗਿਆਨ ਜਦ ਆਪਾਂ ਉਹਨੂੰ ਸਟੱਡੀ ਕਰਦੇ ਹਾਂ, ਇੱਕ ਸ਼੍ਰੋਡਿੰਜਰ ਬਿੱਲੀ ਬਾਰੇ ਜ਼ਿਕਰ ਆਉਂਦਾ। ਹਾਂਜੀ, ਅਤੇ ਉਹ ਬਿੱਲੀ ਬਾਰੇ ਜਿਹੜੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ ਉਹ ਅਜੀਬੋ ਗਰੀਬ ਨੇ। ਮੈਂ ਉਹ ਵੀ ਮੁੰਡੇ ਸਾਹਿਬ ਤੋਂ ਸਮਝਣਾ ਚਾਹੂੰਗਾ ਉਹ ਕੀ ਚੀਜ਼ ਹੈ? ਉਹ ਵੀ ਇੰਟੈਂਗਲਡਮੈਂਟ ਦੇ ਨਾਲ ਹੀ ਇੱਕ ਸੰਬੰਧਿਤ ਸਬਜੈਕਟ ਹੈ ਜਾਂ ਕਨਸੈਪਟ ਹੈ। ਅਤੇ ਉਹ ਹੈ ਕਿ ਇੱਕ
ਥਾਟ ਐਕਸਪੈਰੀਮੈਂਟ ਆ ਉਹ, ਕੋਈ ਰੀਅਲ ਚ ਕਰਨ ਵਾਲਾ ਨਹੀਂ ਹੈ ਜਾਂ ਕਿਉਂਕਿ ਉਹਦੇ ਚ ਬਿੱਲੀ ਇਨਵੋਲਵ ਹੈ ਤੇ ਉਹ ਬਿੱਲੀ ਦਾ ਮਰਨਾ ਇਨਵੋਲਵ ਹੈ। ਉਹ ਇੱਕ ਉਹਦੇ ਵਿੱਚ ਐਕਸਪੈਰੀਮੈਂਟ 'ਚ ਬਿੱਲੀ ਮਾਰਨੀ ਸਾਇੰਟਿਸਟ ਪਸੰਦ ਨਹੀਂ ਕਰਦੇ, ਤੇ ਉਹ ਕਹਿੰਦੇ ਇਹਨੂੰ ਐਦਾਂ ਹੀ ਸੋਚ ਕੇ ਕਰ ਲਓ ਐਕਸਪੈਰੀਮੈਂਟ ਨੂੰ। ਯਾਨੀ ਐਕਚੁਅਲ ਦੇ ਵਿੱਚ ਕਰਨ ਨਹੀਂ ਚਾਹੁੰਦੇ, ਉਹ ਥਾਟ ਐਕਸਪੈਰੀਮੈਂਟ ਹੈ। ਠੀਕ ਹੈ, ਥਾਟ ਐਕਸਪੈਰੀਮੈਂਟ ਹੈ ਕਿ ਇੱਕ ਉਹਦੇ ਵਿੱਚ ਸ਼ੀਸ਼ੇ ਦਾ ਡੱਬਾ ਹੈ, ਉਹਦੇ ਵਿੱਚ ਬਿੱਲੀ ਬੰਦ ਹੈ, ਬਿੱਲੀ ਦੇ ਉੱਤੇ ਇੱਕ ਉਹਦੇ ਵਿੱਚ ਇੱਕ ਜ਼ਹਿਰ ਦੀ ਡੱਬੀ ਪਈ ਹੈ, ਉਹਦੇ 'ਚ ਜਿਹੜਾ ਡੱਬੇ 'ਚ ਰੱਖੀ ਹੋਈ ਹੈ ਉਹ ਬਿੱਲੀ, ਤੇ ਉਹ ਜ਼ਹਿਰ ਦੀ ਡੱਬੀ ਇੱਦਾਂ ਦੀ ਹੈ ਕਿ ਉਹਦਾ ਢੱਕਣ ਬੰਦ ਹੈ ਜੇ ਅਗਰ ਉਹ ਖੁੱਲ੍ਹ ਗਿਆ ਤਾਂ ਉਹ ਬਿੱਲੀ ਮਰ ਜਾਏਗੀ ਉਹਦੇ ਨਾਲ, ਉਹਨੂੰ ਸੁੰਘ ਕੇ ਜਾਂ ਜਿਵੇਂ ਵੀ। ਤੇ ਉਹ ਉਹਨੂੰ ਖੋਲ੍ਹਣ ਦੇ ਲਈ ਇੱਕ ਹਥੌੜਾ ਉਸਦੇ ਉੱਤੇ ਲੱਗਿਆ ਵਾ, ਹਥੌੜਾ ਅੱਗੇ ਇੱਕ ਕਲੌਕ ਨਾਲ ਰਿਲੇਟਡ ਹੈ, ਤੇ ਉਹ ਕਲੌਕ ਇੱਕ ਇਲੈਕਟ੍ਰੋਨ ਦੀ ਡਿਸੇ ਨਾਲ, ਕਿਸੇ ਪਾਰਟੀਕਲ ਦੀ ਡਿਸੇ ਨਾਲ ਰਿਲੇਟਡ ਆ ਵੀ ਉਹ ਅਗਰ ਪਾਰਟੀਕਲ ਡਿਸੇ ਹੋ ਗਿਆ ਤਾਂ ਉਹ ਹਥੌੜਾ ਵੱਜੇਗਾ, ਸ਼ੀਸ਼ੀ ਟੁੱਟ ਜਾਏਗੀ ਤੇ ਜ਼ਹਿਰ ਫੈਲ ਜਾਏਗੀ ਤੇ ਬਿੱਲੀ ਮਰ ਜਾਏਗੀ। ਤੇ ਜਿਹੜਾ ਡਿਸੇ ਹੈ ਪਾਰਟੀਕਲ ਦਾ, ਡਿਸੇ ਦਾ ਮਤਲਬ ਵੀ ਉਹਨੇ ਰੇਡੀਏਟ ਹੋਣਾ ਪਾਰਟੀਕਲ ਨੇ, ਉਸਦੇ ਜਿਹੜੇ ਚਾਂਸ ਨੇ, ਇਹ ਚਾਂਸ ਸ਼ਬਦ ਅੱਗੇ ਕੁਆਂਟਮ ਮਕੈਨਿਕਸ ਵੱਲ ਲੈ ਜਾਂਦਾ ਕਿ ਉਹ 50-50 ਨੇ, ਕਿ ਉਹ ਹੋ ਸਕਦਾ ਉਹ 1 ਮਿੰਟ ਦੇ ਅੰਦਰ ਅੰਦਰ ਡਿਸੇ ਹੋਵੇ ਜਾਂ ਨਾ ਹੋਵੇ, ਅੱਧੇ ਚਾਂਸ ਨੇ ਵੀ ਜਦੋਂ ਡੱਬੇ ਦੇ ਵਿੱਚ ਬੰਦ ਬਿੱਲੀ ਨੂੰ 1 ਮਿੰਟ ਲਈ ਰੱਖਿਆ ਜਾਂਦਾ ਹੈ ਤਾਂ ਉਹ ਸਾਨੂੰ ਬਾਅਦ ਵਿੱਚ ਉਹ ਜਿਉਂਦੀ ਮਿਲੇਗੀ ਜਾਂ ਮਰੀ ਵੀ ਮਿਲੇਗੀ, ਇਸਦੇ ਅੱਧੇ ਚਾਂਸ ਨੇ। ਤੇ ਮੈਥੇਮੈਟੀਕਲੀ ਜਦੋਂ ਇਸ ਨੂੰ ਅਸੀਂ ਸਮਝਦੇ ਹਾਂ ਉੱਤੇ ਲਿਖ ਕੇ ਤਾਂ ਇਹ ਵੇਵ ਫੰਕਸ਼ਨ ਹੈ ਉਸਦਾ, ਜਿਹੜਾ ਸਮਝਾ ਦਿੰਦਾ ਸਾਨੂੰ ਕਿ ਹਾਂ ਉਸਦਾ ਸੁਪਰਪੋਜੀਸ਼ਨ ਹੈ ਉਸਦੀ ਮਰੀ ਵੀ ਅਵਸਥਾ ਦੀ ਤੇ ਜੀਵਤ ਅਵਸਥਾ ਦੀ, ਕਿ ਉਹ ਦੋਨਾਂ ਅਵਸਥਾ 'ਚ ਮਿਲਦੀ ਹੈ ਸਾਨੂੰ ਬਿੱਲੀ, ਨਾ ਮਰੀ ਵੀ ਨਾ ਜੀਵਤ, ਮਤਲਬ ਇਕੱਠੀ ਦੋਵਾਂ ਚੀਜ਼ਾਂ ਦੀ ਸੁਪਰਪੋਜੀਸ਼ਨ ਮਿਲਦੀ ਹੈ। ਤੇ ਉਹ ਸੁਪਰਪੋਜੀਸ਼ਨ ਅੱਗੇ ਸਮਝਣ ਵਾਲੀ ਚੀਜ਼ ਹੈ, ਬੜੀ ਇੰਟਰਸਟਿੰਗ ਚੀਜ਼ ਹੈ ਕਿ ਉਹ ਬਿਲਕੁਲ ਆਪਾਂ ਸੁਪਰ ਪੋਜੀਸ਼ਨ ਬਾਰੇ ਵੀ ਗੱਲ ਕਰਾਂਗੇ। ਸੁਪਰ ਪੋਜੀਸ਼ਨ ਹੁੰਦੀ ਕੀ ਹੈ ਨਾ ਜੀ। ਤਾਂ ਮੈਨੂੰ ਇੱਕ ਮੁੰਡੇ ਸਾਹਿਬ ਇੱਕ ਚੀਜ਼ ਇਹ ਕਿ ਆਪਾਂ ਬਿੱਲੀ ਬਾਰੇ ਥੋਟ ਐਕਸਪੈਰੀਮੈਂਟ ਕਰ ਰਹੇ ਹਾਂ, ਇੱਕ ਸਟਰਕਚਰ ਬਣਾ ਕੇ ਉਹਦੇ ਬਾਰੇ ਕੁਛ ਵਿਆਖਿਆਵਾਂ ਦੇ ਰਹੇ ਹਾਂ ਨਾ। ਹਾਂਜੀ, ਇਹ ਵੀ ਤਾਂ ਪੋਸੀਬਲ ਹੈ ਕਿ ਜਿਵੇਂ ਆਪਾਂ ਬੈਠੇ ਹਾਂ ਆਪਾਂ ਵੀ ਉਸੇ ਹਾਲਤ ਦੇ ਵਿੱਚ ਹੋਈਏ, ਕਿ ਉਹ ਆਪਾਂ ਵੀ ਪ੍ਰੋਬੇਬਿਲਿਟੀ ਦੇ ਹਿਸਾਬ ਨਾਲ ਦੇਖੀਏ ਤਾਂ ਆਪਾਂ ਵੀ ਇਸ ਟਾਈਮ ਦੋਵੇਂ ਹਾਲਤਾਂ ਦੇ ਵਿੱਚ ਹੋਈਏ। ਇਹ ਕੁਛ ਇਹਦੇ ਬਾਰੇ ਗੱਲ ਕੀਤੀ ਜਾ ਸਕਦੀ। ਇਹਦੇ ਲਈ ਇੱਕ ਬਹੁਤ ਵਧੀਆ ਉਦਾਹਰਨ ਮੈਂ ਆਪੇ ਬਣਾਈ ਸੀਗੀ, ਆਪਣੀ ਬੁੱਕ ਵਿੱਚ ਮੈਂ ਉਦਾਹਰਨ ਲਿਖੀ ਵੀ ਹੈ, ਤੁਸੀਂ ਪੜ੍ਹੋ। ਉਹ ਬਣਾਈ ਸੀਗੀ ਕਿ ਮੈਂ ਲਾਈਟ ਦੀ ਸਵਿੱਚ ਹੈ ਜਿਹੜੀ ਲਾਈਟ ਨੂੰ ਦੱਬਣ 'ਤੇ ਲਾਈਟ ਬਲ ਜਾਂਦੀ ਹੈ, ਆਪਾਂ ਨੋਰਮਲ ਸਵਿੱਚ ਯੂਜ਼ ਕਰਦੇ ਹਾਂ। ਅੱਜ ਕੱਲ੍ਹ ਇੱਦਾਂ ਦੀਆਂ ਸਵਿੱਚਾਂ ਲੱਗੀਆਂ ਕਿ ਔਨ ਆਫ ਲਿਖਿਆ ਨਹੀਂ ਹੁੰਦਾ ਉਹਨਾਂ 'ਤੇ, ਵੀ ਉਹ ਕਿਹੜੀ ਸਾਈਡ ਨੂੰ ਔਨ ਹੈ ਕਿਹੜੀ ਸਾਈਡ ਆਫ ਹੈ। ਕਈ ਵਾਰ ਤਾਂ ਪੁੱਠੇ ਪਾਸੇ ਤੋਂ ਉੱਪਰ ਨੂੰ ਔਨ ਹੁੰਦੀ ਹੈ, ਕਈਆਂ ਨੇ ਇੱਦਾਂ ਲਗਵਾਈ ਹੁੰਦੀ ਹੈ ਵੀ ਹੁਣ ਇੱਕ ਅਣਜਾਣ ਬੰਦਾ ਜਿਸ ਨੂੰ ਨਾ ਦੱਸਿਆ ਜਾਵੇ ਕਿ ਉੱਪਰ ਨੂੰ ਜਾਵੇ, ਉਹਨੂੰ ਹੌਰੀਜ਼ੌਂਟਲ ਲਗਾ ਲਓ, ਉਹਦੇ ਨਾਲ ਉੱਪਰ ਥੱਲੇ ਵਾਲਾ ਜਿਹੜਾ ਵਹਿਮ ਆ ਉਹ ਥੋੜ੍ਹਾ ਸਪਸ਼ਟ ਹੋ ਜਾਏਗਾ, ਵੀ ਅਸਪਸ਼ਟ ਹੋ ਜਾਏਗਾ ਉਹ ਵੀ ਉਹ ਖੱਬੇ ਪਾਸੇ ਨੂੰ ਚੱਲਦੀ ਹੈ ਜਾਂ ਸੱਜੇ ਪਾਸੇ ਨੂੰ ਔਨ ਹੁੰਦੀ ਹੈ। ਅਤੇ ਲਾਈਟ ਇਸ ਵਕਤ ਆਫ ਹੋਵੇ। ਹੁਣ ਤੁਸੀਂ ਪਤਾ ਕਰਨਾ ਹੈ ਕਿ ਲਾਈਟ ਹੈਗੀ ਕਿ ਨਹੀਂ, ਬਿਜਲੀ ਹੈ ਜਾਂ ਨਹੀਂ ਹੈ, ਪਿੱਛੇ ਬਿਜਲੀ ਘਰ ਤੋਂ ਬਿਜਲੀ ਆ ਰਹੀ ਹੈ ਨਹੀਂ, ਲਾਈਟ ਇਸ ਵਕਤ ਬੁਝੀ ਹੋਈ ਹੈ। ਅਗਰ ਤਾਂ ਲਾਈਟ ਬਲੀ ਵੀ ਹੈ ਆਲਰੇਡੀ, ਫਿਰ ਤਾਂ ਐਕਸਪੈਰੀਮੈਂਟ ਕਰਨ ਦੀ ਜ਼ਰੂਰਤ ਹੀ ਨਹੀਂ, ਫਿਰ ਤਾਂ ਤੁਹਾਨੂੰ ਸਿੱਧਾ ਹੀ ਪਤਾ ਹੈ ਕਿ ਲਾਈਟ ਹੈਗੀ ਹੈ। ਅਤੇ ਅਗਰ ਤੁਸੀਂ ਪਤਾ ਕਰਨਾ ਹੁਣ ਕਿ ਲਾਈਟ ਹੈ ਜਾਂ ਨਹੀਂ ਹੈ, ਇਸ ਵਕਤ ਲਾਈਟ ਹੈ ਨਹੀਂ, ਤਾਂ ਉਸਦੇ ਲਈ ਤੁਸੀਂ ਸਵਿੱਚ ਨੂੰ ਦੱਬ ਕੇ ਦੇਖਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ। ਅਤੇ ਸਵਿੱਚ ਨੂੰ ਜਦੋਂ ਤੁਸੀਂ ਦੱਬੋਗੇ ਤਾਂ 2 ਚਾਂਸ ਨੇ, ਲਾਈਟ ਹਜੇ ਵੀ ਜਾਂ ਤਾਂ ਬਲ ਪਊਗੀ ਜਾਂ ਹਜੇ ਵੀ ਨਹੀਂ ਬਲੂਗੀ। ਅਗਰ ਬਲ ਜਾਂਦੀ ਹੈ ਤਾਂ ਲਾਈਟ ਹੈਗੀ ਸੀ, ਅਗਰ ਨਹੀਂ ਬਲਦੀ, ਹਜੇ ਵੀ ਨਹੀਂ ਬਲਦੀ ਦੱਬਣ ਤੋਂ ਬਾਅਦ, ਇਹਦਾ ਮਤਲਬ ਲਾਈਟ ਹੈ ਨਹੀਂ। ਹੁਣ ਦੇਖਣ ਦੇ ਲਈ, ਇੱਕ ਐਕਸਪੈਰੀਮੈਂਟ ਕਰਨ ਲਈ ਤੁਹਾਨੂੰ ਜਿਹੜੀ ਸਵਿੱਚ ਸੀਗੀ ਉਸ ਦੀ ਉਹ ਚੇਂਜ ਕਰਨੀ ਪਈ, ਅਵਸਥਾ ਚੇਂਜ ਕਰਨੀ ਪਈ। ਤਾਂ ਇੱਥੋਂ ਇੱਕ ਬਹੁਤ ਵਧੀਆ ਇੱਕ ਸਟੇਟਮੈਂਟ ਨਿਕਲਦੀ ਹੈ, ਜਿਹੜੀ ਇਹਦੇ ਵਿੱਚ ਸਮਝਣ ਦੇ ਲਈ ਟਾਈਮ ਲੱਗਦਾ, ਸਟੂਡੈਂਟ ਨੂੰ ਸਮਝਣ ਦੇ ਲਈ ਟਾਈਮ ਲੱਗਦਾ। ਉਹ ਹੈ ਕਿ ਜਿਹੜੀ ਸਾਡੇ ਦੇਖਣ ਦੀ ਪ੍ਰਕਿਰਿਆ ਹੈ, ਓਬਜ਼ਰਵ ਕਰਨ ਦੀ ਪ੍ਰਕਿਰਿਆ, ਉਹ ਸਟੇਟ ਚੇਂਜ ਕਰ ਦਿੰਦੀ ਹੈ।
ਸਟੇਟ ਚੇਂਜ ਕਰੇ ਬਿਨਾ ਉਹ ਐਕਸਪੈਰੀਮੈਂਟ ਹੋ ਨਹੀਂ ਸਕਦਾ। ਹੂੰ ਤਾਂ ਇਹ ਡਬਲ ਸਲਿਟ ਐਕਸਪੈਰੀਮੈਂਟ ਨਾਲ ਵੀ ਰਿਲੇਟਡ ਚੀਜ਼ ਹੈ ਹੂੰ ਕਿ ਉਸ ਦੇ ਵਿੱਚ ਜਦੋਂ ਉਹ ਅਬਜ਼ਰਵ ਕਰਨ ਲੱਗ ਜਾਂਦੇ ਆ ਕਿਸੇ ਪਾਰਟੀਕਲ ਨੂੰ, ਇਹ ਇੱਧਰਲੀ ਸਲਿਟ ਚੋਂ ਲੰਘ ਕੇ ਆਇਆ ਜਾਂ ਉੱਧਰਲੀ ਤੋਂ ਲੰਘ ਕੇ ਆਇਆ, ਹੂੰ ਤਾਂ ਉਸ ਦੀ ਅਵਸਥਾ ਹੀ ਚੇਂਜ ਹੋ ਜਾਂਦੀ ਹੈ। ਹੂੰ ਜਦੋਂ ਨਹੀਂ ਅਬਜ਼ਰਵ ਕਰਦੇ ਤਾਂ ਉਹ ਪੈਟਰਨ ਬਣਿਆ ਰਹਿੰਦਾ, ਇੰਟਰਫੇਰੈਂਸ ਪੈਟਰਨ, ਜਿਵੇਂ ਜਿਹੜੇ ਜਾਣਦੇ ਨੇ ਇਸ ਨੂੰ, ਇਸ ਐਕਸਪੈਰੀਮੈਂਟ ਨੂੰ ਕਿ ਉਹ ਕੀ ਹੈ, ਤਾਂ ਉਹ ਵੇਵ ਰਹਿੰਦਾ ਉਹ। ਹੂੰ ਤੇ ਜਦੋਂ ਉਸ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਉਹਦੀ ਅਵਸਥਾ ਚੇਂਜ ਹੋ ਜਾਂਦੀ ਹੈ। ਹੂੰ ਵੀ ਇਹ ਚੀਜ਼ ਆ ਉਹ। ਠੀਕ ਹੈ ਸਰ। ਇੱਕ ਚੀਜ਼ ਆਪਣੇ ਗੱਲਬਾਤ ਦੇ ਵਿੱਚ ਇੱਕ ਨਿਕਲ ਕੇ ਆਇਆ ਸੀ, ਸੁਪਰ ਪੋਜੀਸ਼ਨ। ਹਾਂਜੀ, ਸੁਪਰ ਪੋਜੀਸ਼ਨ ਕੀ ਹੁੰਦਾ? ਸੁਪਰ ਪੋਜੀਸ਼ਨ ਹੈ ਕਿ ਕਈ ਮੈਥੇਮੈਟੀਕਲ ਟਰਮ ਹੈ ਵੈਸੇ ਇਹ। ਦੇਖੋ ਮੈਥੀਕਲੀ ਤਾਂ ਆਪਾਂ ਗੱਲ ਹੋਊਗੀ, ਹਾਂਜੀ, ਆਮ ਆਪਾਂ ਕਿਵੇਂ ਕਹਿ ਸਕਦੇ ਹਾਂ ਆਮ ਕੀ ਹੁੰਦੀ ਹੈ ਜੀ ਇਹ? ਕਿਉਂਕਿ ਆਪਾਂ ਇਹਦੇ ਵਿੱਚ ਕੋਈ ਇੱਥੇ ਫਾਰਮੂਲੇ ਨਹੀਂ ਲਾਵਾਂਗੇ ਹੈ ਨਾ, ਆਮ ਆਪਾਂ ਕੀ ਕਹਿ ਸਕਦੇ ਹਾਂ ਕੀ ਸੁਪਰ ਪੋਜੀਸ਼ਨ ਕੀ ਹੁੰਦੀ ਹੈ? ਮੈਨੂੰ ਥੋੜੀ ਇਹਦੇ ਲਈ ਇੱਕ ਵਧੀਆ ਉਦਾਹਰਣ ਸੋਚਣ ਤੋਂ, ਵੈਸੇ ਕਾਫੀ ਉਦਾਹਰਨਾਂ ਬਣ ਸਕਦੀਆਂ। ਬੁੱਕ ਦੇ ਵਿੱਚ ਵੀ ਮੈਂ ਇੱਕ ਸਾਈਕਲ ਦੇ ਚੱਕੇ ਦੀ ਉਦਾਹਰਣ ਤੋਂ ਬੁੱਕ ਸ਼ੁਰੂ ਕੀਤੀ ਵੀ ਹੈ ਸ਼ਾਇਦ ਇਹ। ਤਾਂ ਕਿ ਕਿਸੇ ਚੀਜ਼ ਨੂੰ ਅਸੀਂ ਦੇਖਦੇ ਹਾਂ ਤਾਂ ਉਹ ਕਈ ਚੀਜ਼ਾਂ ਦੀ ਸੁਪਰ ਪੋਜੀਸ਼ਨ 'ਚ ਵੀ ਹੋ ਸਕਦੀ ਹੈ। ਯਾਨੀ ਇੱਕ ਕੋਈ ਆਪਾਂ ਕਹਿ ਦਈਏ ਇਕਾਈ ਹੈ ਜਿਹੜੀ ਕਈ ਸਟੇਟ ਦੇ ਵਿੱਚ ਹੋ ਸਕਦੀ ਹੈ। ਜਿਵੇਂ ਉਹ ਬਿੱਲੀ ਵਾਲੀ ਉਦਾਹਰਣ ਆਪਣੀ ਚੱਲ ਰਹੀ ਸੀ ਕਿ ਉਸ ਦੇ ਵਿੱਚ ਉਹ ਦੋਵੇਂ ਅਵਸਥਾਵਾਂ ਦੀ ਮਰੀ ਵੀ ਅਵਸਥਾ ਤੇ ਜਿਉਂਦੀ ਅਵਸਥਾ, ਯਾਨੀ ਇੱਕ ਦੋਨਾਂ ਦੀ ਸੁਪਰ ਪੋਜੀਸ਼ਨ 'ਚ ਹੁੰਦੀ ਹੈ। ਯਾਨੀ ਇੱਕ ਕਾਣਾ ਜਾਂ ਕੋਈ ਵੀ ਉਹ ਕਹਿ ਸਕਦੇ ਹਾਂ ਆਪਾਂ ਕਾਣਾ, ਉਹ ਕਈ ਤਰ੍ਹਾਂ ਹੁੰਦੇ, ਕਈ ਉਹਦੀਆਂ ਪ੍ਰੋਬੇਬਿਲਿਟੀ ਹੁੰਦੀਆਂ ਨੇ ਵੀ ਕਿਸੇ ਵੀ ਸਟੇਟ ਦੇ ਵਿੱਚ ਹੋਵੇ। ਬਿਲਕੁਲ, ਹਾਂਜੀ, ਉਹਦੇ ਪ੍ਰੋਬੇਬਿਲਿਟੀ ਤੇ ਉਹ ਇੱਕ ਉਸਦਾ ਜਿਹੜਾ ਕੁਆਂਟਮ ਮਕੈਨਿਕਸ ਦੇ ਵਿੱਚ ਫਾਰਮੂਲਾ ਬਣਾਉਣ ਦੇ ਕੰਮ ਆਉਂਦੀ ਹੈ ਉਹ, ਕਿ ਉਹ ਕਿਸੇ ਚੀਜ਼ ਦੀ 33% ਪ੍ਰੋਬੇਬਿਲਿਟੀ ਹੈ ਅਗਰ ਦੋ ਅਵਸਥਾਵਾਂ ਨੇ, ਦੋਵੇਂ 50-50 ਨੇ। ਮੇਰੀ ਲੇਟੈਸਟ ਪੋਸਟ ਮੈਂ ਇੱਕ ਕੀਤੀ ਸੀ ਗਰੁੱਪ ਦੇ ਵਿੱਚ, ਦੂਜੇ ਗਰੁੱਪ 'ਚ ਕੀਤੀ ਸੀ ਕਿ ਅੱਧੀ ਪ੍ਰੋਬੇਬਿਲਿਟੀ ਹੈ ਜਿਹੜੀ, ਉਹ ਇੱਕ ਬੇਸਿਕ ਪ੍ਰੋਬੇਬਿਲਿਟੀ ਹੈ ਜਿਹੜੀ ਐਂਟਰੋਪੀ ਲਈ ਤੇ ਦੂਜਾ ਕਿਹੜਾ ਪ੍ਰੋਬੇਬਿਲਿਟੀ ਲਈ ਉਹ ਬਰਾਬਰ ਹੈ। ਐਂਟਰੋਪੀ ਕੀ ਹੁੰਦੀ ਹੈ ਜੀ? ਐਂਟਰੋਪੀ ਵੈਸੇ ਤਾਂ ਥਰਮੋਡਾਇਨਾਮਿਕਸ ਦੇ ਵਿੱਚ ਪੜ੍ਹੀ ਜਾਂਦੀ ਹੈ, ਪਰ ਮੇਰੀ ਇਹਦੇ ਫਿਰ ਹੁਣ ਇਹ ਸਵਾਲ ਹੋ ਜਾਊਗਾ ਥਰਮੋ ਆ ਕੀ ਕਹਿ ਰਹੇ ਸੀਗੇ? ਨਹੀਂ, ਥਰਮੋਡਾਇਨਾਮਿਕਸ ਇੱਕ ਕਾਫੀ ਵੈਸੇ ਉਹ ਹੀਟ ਨਾਲ ਸੰਬੰਧਿਤ ਇੱਕ ਸਬਜੈਕਟ ਆ, ਲੇਕਿਨ ਉਹ ਕਾਫੀ ਉਹ ਸਬਜੈਕਟ ਆ ਉਹ ਜਿਸ ਨੂੰ ਸਾਇੰਟਿਸਟ ਪੜ੍ਹਦੇ ਹਨ ਉਹਨੂੰ। ਐਂਟਰੋਪੀ ਤੋਂ ਤਾਂ ਮਤਲਬ ਸ਼ਾਇਦ ਇਹ ਹੁੰਦਾ ਨਾ ਕਿ ਇੱਕ ਚੀਜ਼ ਕੋਈ ਟੁੱਟਦੀ ਜਾਂਦੀ ਆ ਤੇ ਉਹਦੇ ਵਿੱਚ ਜ਼ਿਆਦਾ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਖੰਡਾਰਾ ਜਿਹਾ ਪੈ ਜਾਂਦਾ ਵੀ ਹੋਰ ਚੀਜ਼ਾਂ ਡਿਕੇ ਹੋਈ ਜਾਂਦੀਆਂ ਨੇ। ਮੇਰੇ ਖਿਆਲ 'ਚ ਐਂਟਰੋਪੀ ਇਹੀ ਹੁੰਦੀ ਹੈ ਨਾ। ਇਸਦੀਆਂ ਕਈ ਡੈਫੀਨੇਸ਼ਨਸ ਨੇ ਜੀ, ਜਾਂ ਮਤਲਬ ਕੁਛ ਜ਼ਿਆਦਾ, ਮਤਲਬ ਇੱਕ ਤੋਂ ਜ਼ਿਆਦਾ ਡੈਫੀਨੇਸ਼ਨਸ ਨੇ ਅਲੱਗ-ਅਲੱਗ ਸੰਦਰਭ ਦੇ ਵਿੱਚ। ਲੇਕਿਨ ਜਿਵੇਂ ਮੈਨੂੰ ਜਿਸ ਚੀਜ਼ ਦੇ ਵਿੱਚ ਇੰਟਰਸਟ ਹੈ ਮੈਂ ਉਸ ਤਰ੍ਹਾਂ ਦੀ ਡੈਫੀਨੇਸ਼ਨ ਨੂੰ ਜ਼ਿਆਦਾ ਪਸੰਦ ਕਰੂੰਗਾ, ਮਤਲਬ ਸਮਝਾਉਣਾ ਵੀ ਅਤੇ ਸਮਝਣਾ ਵੀ। ਤਾਂ ਵੈਸੇ ਤਾਂ ਇਸਦੀ ਜਿਹੜੀ ਮੈਥੇਮੈਟੀਕਲ ਡੈਫੀਨੇਸ਼ਨ ਹੈ ਉਹ ਲੋਗਰਿਥਮ ਯੂਜ਼ ਕਰਦੀ ਹੈ। ਜਿਵੇਂ ਲੋਗਰਿਥਮ ਦੇਖੋ ਇੱਕ ਲੜੀ ਚੱਲੀ ਜਾਂਦੀ ਹੈ, ਜਿਵੇਂ ਇੱਕ ਸ਼ਬਦ ਆਉਂਦਾ ਆਪਣੀ ਗੱਲ ਚੱਲੀ ਸੀਗੀ ਉਹਦੇ ਬਾਰੇ ਐਂਟੈਂਗਲ ਤੋਂ, ਉਹਦੇ ਵਿੱਚ ਸੁਪਰ ਪੋਜੀਸ਼ਨ ਨਿਕਲ ਗਿਆ, ਸੁਪਰ ਪੋਜੀਸ਼ਨ ਤੋਂ ਫਿਰ ਐਂਟਰੋਪੀ ਆ ਗਈ, ਉਹ ਤੋਂ ਬਾਅਦ ਹੁਣ ਇਹ ਥਰਮੋਡਾਇਨਾਮਿਕਸ ਦਾ ਇੱਕ ਵਿਸ਼ਾ ਹੈ ਜੀ ਪੂਰਾ। ਉਹ ਤੋਂ ਬਾਅਦ ਹੁਣ ਫਿਜ਼ਿਕਸ ਦਾ। ਚਲੋ ਇਹ ਚੀਜ਼ਾਂ ਨੂੰ ਆਪਾਂ ਇੱਥੇ ਵਿਰਾਮ ਦਿੰਦੇ ਹਾਂ। ਇੱਕ ਚੀਜ਼ ਦੱਸੋ ਕਿ ਜਿਹੜੀ ਚੇਤਨਾ ਹੁਣ ਤੱਕ ਇੱਕ ਜੀਵ ਵਿਗਿਆਨ ਦਾ ਕਨਸੈਪਟ ਰਹੀ ਆ, ਹਾਂਜੀ, ਮੇਰੇ ਖਿਆਲ 'ਚ ਅੱਜ ਦੀ ਡੇਟ ਦੇ ਵਿੱਚ ਭੌਤਿਕ ਵਿਗਿਆਨ ਦੇ ਵਿੱਚ, ਫਿਜ਼ਿਕਸ ਦੇ ਵਿੱਚ ਇਸ ਨੂੰ ਖਾਸਾ ਵਿਚਾਰਿਆ ਜਾ ਰਿਹਾ, ਕਿਉਂਕਿ ਆਮ ਤੌਰ 'ਤੇ ਕਿਹਾ ਜਾਂਦਾ ਕਿ ਚੀਜ਼ਾਂ ਦਾ ਆਕਾਰ ਲੈਣਾ ਵੀ ਆਪਣੀ ਕੌਨਸ਼ੀਅਸ 'ਤੇ ਹੀ ਡਿਪੈਂਡ ਕਰਦਾ। ਹਾਂਜੀ, ਇਸ ਚੀਜ਼ ਨੂੰ ਤੁਸੀਂ ਕਿਵੇਂ ਲੈਂਦੇ ਹੋ? ਥੋੜ੍ਹਾ ਜਿਹਾ ਉਹ ਐਂਟਰੋਪੀ ਵਾਲੇ ਟੌਪਿਕ ਨੂੰ ਥੋੜ੍ਹਾ ਰਿਜ਼ਿਊਮ ਕਰਕੇ ਉੱਥੇ ਹੋਣਾ ਇੱਕ ਵਾਰ ਉੱਥੇ ਵਾਪਸ ਆ ਜਾਈਏ, ਫਿਰ ਇਸ ਤੇ ਆਨੇ, ਕਿਉਂਕਿ ਕੋਈ ਚੀਜ਼ ਅਟਕ ਜਾਂਦੀ ਹੈ ਫਿਰ ਉਸ ਨੂੰ ਪਹਿਲਾਂ ਕਰ ਲੈਣਾ ਚਾਹੀਦਾ ਪੂਰਾ। ਐਂਟਰੋਪੀ ਦੀ ਜਿਹੜੀ ਮੇਨ ਪਰਿਭਾਸ਼ਾ ਹੈ ਉਹ ਹੈਗੀ ਹੈ, ਜਿਹੜੀ ਪ੍ਰੋਬੇਬਿਲਿਟੀ ਹੈ ਉਹ ਸੰਭਾਵਨਾਵਾਂ ਨਾਲ ਸੰਬੰਧਿਤ ਹੈ। ਜਿਹੜੀ ਐਂਟਰੋਪੀ ਹੈ ਉਹ ਉਸ ਤੋਂ ਉਲਟ ਹੈ।
ਜਿਵੇਂ ਇੱਕ ਕਲਾਸ ਵਿੱਚ 100 ਸਟੂਡੈਂਟ ਨੇ ਹੂੰ ਤੇ 100 ਸਟੂਡੈਂਟਾਂ ਦਾ ਨਾਮ ਟੀਚਰ ਨੂੰ ਪਤਾ ਹੈ, ਹੂੰ, ਤਾਂ ਉਹ ਉਸ ਨੂੰ ਪ੍ਰੋਬੇਬਿਲਿਟੀ ਦੀ ਭਾਸ਼ਾ 'ਚ ਕਹਾਂਗੇ ਕਿ ਸੰਪੂਰਨ ਜਿਹੜੀ ਪ੍ਰੋਬੇਬਿਲਿਟੀ ਦੀ ਭਾਸ਼ਾ ਦੇ ਵਿੱਚ ਕਿ ਉਹ ਇੱਕ ਹੈ, ਪ੍ਰੋਬੇਬਿਲਿਟੀ ਸੰਪੂਰਨ ਹੈ, ਹੂੰ, ਜਾਣਕਾਰੀ ਸੰਪੂਰਨ ਹੈ ਹੂੰ, ਕਿ ਸਾਰਿਆਂ ਦੇ ਨਾਮ ਟੀਚਰ ਨੂੰ ਪਤਾ ਨਹੀਂ ਤੇ ਉਹ ਸੰਪੂਰਨ ਹੈ। ਤੇ ਅਗਰ ਬਿਲਕੁਲ ਹੀ ਨਾਮ ਪਤਾ ਹੋਣਗੇ ਹੂੰ, ਫਿਰ ਉੱਥੇ ਕਿਹਾ ਜਾਂਦਾ ਕਿ ਐਂਟਰੋਪੀ ਸੰਪੂਰਨ ਹੈ, ਹੂੰ, ਕਿ ਐਂਟਰੋਪੀ ਇੱਕ ਹੈ ਹੁਣ ਉਸ ਵੇਲੇ। ਹੂੰ, ਅਗਰ ਉਹ ਅੱਧੇ 50 ਸਟੂਡੈਂਟਾਂ ਦੇ ਨਾਮ ਜਾਣਦਾ, 50 ਦੇ ਨਹੀਂ ਜਾਣਦਾ, ਤਾਂ ਅੱਧੀ ਜਾਣਕਾਰੀ ਉਹਦੇ ਕੋਲ ਹੈ ਨਹੀਂ। ਉਹ ਉੱਥੇ ਪ੍ਰੋਬੇਬਿਲਿਟੀ ਵੀ ਅੱਧੀ ਆ ਜਾਂਦੀ ਹੈ ਤੇ ਐਂਟਰੋਪੀ ਵੀ ਅੱਧੀ ਆ ਜਾਂਦੀ ਹੈ। ਹੂੰ, ਤਾਂ ਜਿਹੜੀ ਸੂਚਨਾਵਾਂ ਦੀ ਉਹਦਾ ਅਧੂਰਾਪਣ ਹੈ, ਜਿਹੜਾ ਹੂੰ, ਜਾਣਕਾਰੀ ਦੀ ਜਿਹੜੀ, ਉਹ ਐਂਟਰੋਪੀ ਨਾਲ ਸੰਬੰਧਿਤ ਚੀਜ਼ ਹੈ। ਹੂੰ, ਜਾਣਕਾਰੀ ਦੀ ਜਿਹੜੀ ਕਮੀ ਹੈ ਹੂੰ, ਉਹਦੇ ਨਾਲ ਸੰਬੰਧਿਤ ਹੈ। ਜਿਹੜੀ ਸਟੈਟਿਸਟੀਕਲ ਮਕੈਨਿਕਸ ਦੇ ਵਿੱਚ ਯੂਜ਼ ਹੁੰਦੀ ਹੈ, ਅੰਕੜਾ ਵਿਗਿਆਨ ਦੇ ਵਿੱਚ, ਹੂੰ, ਤੇ ਪਿਓਰਲੀ ਮੈਥਮੈਟੀਕਲ ਚੀਜ਼ ਹੈ ਇਹ। ਇਸਦਾ ਸਮੇਂ ਨਾਲ ਸਿੱਧਾ ਸੰਬੰਧ ਹੈ। ਹੂੰ, ਇੱਕ ਜਿਹੜਾ ਮੇਨ ਇੰਟਰਸਟਿੰਗ ਜਿਹੜਾ ਇਸ ਤੋਂ ਫੈਕਟ ਨਿਕਲਦਾ, ਉਹ ਨਿਕਲਦਾ ਕਿ ਸਮਾਂ ਅੱਗੇ ਨੂੰ ਕਿਉਂ ਜਾਂਦਾ, ਪਿੱਛੇ ਨੂੰ ਕਿਉਂ ਨਹੀਂ ਜਾਂਦਾ, ਭੂਤਕਾਲ 'ਚ ਨੂੰ। ਹੂੰ, ਤੁਸੀਂ ਕੋਈ ਚੀਜ਼ ਫਿਊਚਰ ਵਿੱਚ ਕਰ ਸਕਦੇ ਆ, ਪਾਸਟ ਵਿੱਚ ਜਾ ਕੇ ਨਹੀਂ ਛੇੜ ਸਕਦੇ। ਹੂੰ, ਕਿ ਸਮਾਂ ਜਿਹੜਾ ਉਹ ਫਿਊਚਰ ਵਿੱਚ ਇੱਕ ਸਮੇਂ ਦਾ ਜਿਹੜਾ ਤੀਰ ਹੈ ਉਹ ਅੱਗੇ ਅੱਗੇ ਵੱਧਦਾ ਜਾਂਦਾ ਹੈ, ਕਿਉਂਕਿ ਤੇ ਅੱਗੇ ਅੱਗੇ ਐਂਟਰੋਪੀ ਵੱਧਦੀ ਜਾਂਦੀ ਹੈ। ਹੂੰ, ਜਿਵੇਂ ਕੋਈ ਨਵੀਂ ਚੀਜ਼ ਲਿਆਉਂਦੇ ਆ ਆਪਾਂ, ਪਹਿਲਾਂ ਨਵੀਂ ਹੁੰਦੀ ਆ, ਉਸ ਤੋਂ ਬਾਅਦ ਘੱਸਦੀ ਆ ਉਹ, ਹੂੰ, ਮਤਲਬ ਪੁਰਾਣੀ ਹੁੰਦੀ ਜਾਂਦੀ ਹੈ। ਡਿਕੇ ਹੋਈ ਜਾਂਦੀ ਹੈ ਨਾ ਉਹ ਚੀਜ਼। ਹਾਂ, ਉਹਦੇ 'ਚ ਜਿਹੜੀ ਜਾਣਕਾਰੀ ਲਾਸ ਹੁੰਦੀ ਜਾਂਦੀ ਹੈ ਉਸ ਵਿੱਚ। ਅੱਛਾ ਮੁੰਡੇ ਸਾਹਿਬ, ਇੱਕ ਚੀਜ਼ ਇਹ ਵੀ ਹੈ ਕਿ ਦੁਬਾਰਾ ਉਹੀ ਕਿ ਇੱਕ ਇਸ ਜਿਹੜੀ ਚੇਤਨਾ ਨੂੰ ਬਹੁਤ ਟਾਈਮ ਚੇਤਨਾ। ਪਹਿਲਾਂ ਨੂੰ ਜੀ, ਇੱਕ ਜੀਵ ਵਿਗਿਆਨ ਦਾ ਹਿੱਸਾ ਜਾਂ ਸਰੀਰ ਵਿਗਿਆਨ ਦਾ ਇੱਕ ਹਿੱਸਾ ਮੰਨਿਆ ਜਾਂਦਾ ਹੈ। ਕੈਮੀਕਲ ਦੀ ਜਿਹੜੀ ਉਹ ਮੰਨੀ ਜਾਂਦੀ ਹੈ, ਜਿਹੜੇ ਰਸਾਇਣ ਵਿਗਿਆਨ ਨਾਲ ਇੰਟਰਸਟਡ ਸੰਬੰਧਿਤ ਪਾਠ। ਪਰ ਅੱਜ ਦੀ ਡੇਟ ਦੇ ਵਿੱਚ ਇਹਨੂੰ ਫਿਜ਼ਿਕਸ ਦੇ ਵਿੱਚ ਵੀ ਬਹੁਤ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ ਨਾ, ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਚੀਜ਼ਾਂ ਆਕਾਰ ਹੀ ਤਾਂ ਲੈਂਦੀਆਂ ਨੇ ਜੇ ਕੋਈ ਕੌਨਸ਼ੀਅਸਨੈਸ ਹੈ ਨਾ। ਨਹੀਂ, ਉਹ ਤੇ ਅੱਗੇ ਬਹੁਤ ਜ਼ਿਆਦਾ ਹੋਰ, ਵੈਸੇ ਤਾਂ ਇਸ ਦਾ ਜਿਹੜਾ ਸਬਜੈਕਟ ਦਾ ਇਹ ਕੁਆਂਟਮ ਦੇ ਨਾਲ ਇਸ ਨੂੰ ਜੋੜ ਲਿਆ ਜਾਂਦਾ ਹੈ, ਤੇ ਕਿਉਂਕਿ ਉਹ ਮੰਗ ਕਰਦਾ ਹੈ, ਅਬਜ਼ਰਵਰ ਦੀ ਮੰਗ ਕਰਦਾ ਹੈ। ਹਾਂ, ਆਬਜ਼ਰਵਰ ਰਹਿੰਦਾ ਨਾ ਵਿੱਚ, ਹਾਂਜੀ, ਉਹਦਾ ਰੋਲ ਇੱਕ ਰਹਿੰਦਾ। ਦਰਸ਼ਕ ਚਾਹੀਦਾ ਇਸ ਨੂੰ, ਇੱਕ ਨਿਰੀਖਕ ਚਾਹੀਦਾ। ਤੇ ਉਹ ਨਿਰੀਖਕ ਜ਼ਰੂਰੀ ਨਹੀਂ ਹੈ ਕਿ ਕਿਸੇ ਇਨਸਾਨ ਨੂੰ ਹੀ ਕਿਹਾ ਜਾਂਦਾ ਹੈ, ਉਹ ਇੱਕ ਯੰਤਰ ਵੀ ਹੋ ਸਕਦਾ, ਜਿਹੜਾ ਜਿਵੇਂ ਕੈਮਰਾ ਹੁੰਦਾ ਉਹ ਵੀ ਇੱਕ ਅਬਜ਼ਰਵਰ ਹੈ, ਕਿ ਉਹ ਡਿਟੈਕਟ ਕਰਦਾ ਹੈ, ਕੋਈ ਡਿਟੈਕਟਰ ਹੈ। ਅੱਛਾ, ਮੈਂ ਇੱਕ ਚੀਜ਼ ਇਹ ਵੀ ਹੈ ਕਿ ਚੀਜ਼ਾਂ ਆਬਜ਼ਰਵਰ ਇੱਕ ਕੈਮਰਾ ਵੀ ਹੋ ਸਕਦਾ, ਪਰ ਆਫਟਰ ਆਲ ਗੱਲ ਤਾਂ ਜਿਹੜੀਆਂ ਚੀਜ਼ਾਂ ਨੂੰ ਆਬਜ਼ਰਵ ਕਰ ਤੋਂ ਤਾਂ ਚੇਤਨਾ ਨਹੀਂ ਕਰਨਾ ਹੈ ਨਾ। ਅਬਜ਼ਰਵਰ ਦੇ ਨਾਲ ਰਿਲੇਟਡ ਇੱਕ ਸ਼ਬਦ ਜਿਹੜਾ ਕੁਆਂਟਮ ਮਕੈਨਿਕਸ ਦੇ ਬੇਸਿਕ ਦੇ ਅਧਿਐਨ ਵਿੱਚ ਸਿੱਖਣਾ ਪੈਂਦਾ, ਉਹ ਹੈਗਾ ਅਬਜ਼ਰਵੇਬਲ। ਅਬਜ਼ਰਵੇਬਲ ਦਾ ਮਤਲਬ ਹੈ ਕਿ ਜਿਸ ਚੀਜ਼ ਨੂੰ ਅਬਜ਼ਰਵ ਕੀਤਾ ਜਾ ਸਕਦਾ, ਸਿੰਪਲ ਇਜ਼ ਦਾ ਮੀਨਿੰਗ ਅਬਜ਼ਰਵੇਬਲ, ਨਾਪਣ ਯੋਗ, ਜਿਸ ਨੂੰ ਅਸੀਂ ਡਿਟੈਕਟ ਕਰ ਸਕਦੇ ਹਾਂ, ਜੋ ਡਿਟੈਕਟ ਕਰ ਸਕਣ ਦੇ ਯੋਗ ਹੈ। ਗੁਣ ਨੇ ਜਿਵੇਂ ਕਿ ਕਿਸੇ ਚੀਜ਼ ਦਾ ਮਾਸ ਕਿੰਨਾ ਹੈ, ਉਸਦਾ ਸਪਿਨ ਕੀ ਹੈ, ਉਸਦਾ ਉਸ ਐਨਰਜੀ ਕੀ ਹੈ, ਮਤਲਬ ਜਿਹੜੀ ਚੀਜ਼ਾਂ ਨਾਪਦੇ ਨੇ ਸਾਇੰਟਿਸਟ, ਜੋ ਐਕਸਪੈਰੀਮੈਂਟ ਦੇ ਵਿੱਚ ਜੋ ਪੁਰਾਤਨ ਹੋਆ ਕਿ ਇੱਕ ਗੇ ਆ, ਇੱਕ ਗਿਆਨ ਹੈ, ਇੱਕ ਗਿਆਤਾ, ਜਿਹੜੀ ਉਹ ਤੁਸੀਂ ਕਹਿੰਦੇ ਹੋ ਗੇ, ਕੋਈ ਇਹੋ ਜਿਹੀ ਚੀਜ਼ ਵੀ ਹੋਣੀ ਚਾਹੀਦੀ ਹੈ ਜਿਹਨੂੰ ਆਬਜ਼ਰਵ ਕੀਤਾ ਜਾਂਦਾ ਹੈ ਨਾ। ਨਹੀਂ, ਗੁਣ ਨੂੰ, ਹਾਂ, ਗੁਣ ਦਾ ਜਿਹੜਾ ਸਪੈਸ਼ਲ ਗੁਣ ਆ ਉਸਨੂੰ ਆਬਜ਼ਰਵੇਬਲ ਕਿਹਾ ਜਾਂਦਾ ਹੈ, ਜੋ ਉਸਦੇ ਵਿੱਚੋਂ ਕਿਹੜੇ ਗੁਣ ਜਾਂ ਕਿਹੜੇ ਉਸਦੀ ਪ੍ਰੋਪਰਟੀਜ਼ ਨੇ ਅਸੀਂ ਜਿਹੜੀਆਂ ਨਾਪ ਸਕਦੇ ਹਾਂ। ਅੱਛਾ, ਇੱਕ ਕਨਸੈਪਟ ਇਹ ਵੀ ਨਿਕਲ ਕੇ ਆਉਂਦਾ ਕਿ ਕੁਆਂਟਮ ਬਾਇਓਲੋਜੀ ਇੱਕ ਇਹੋ ਜਿਹਾ ਵੀ ਸਿਸਟਮ ਹੁੰਦਾ ਕਿ ਜੀਵ ਵਿਗਿਆਨ ਦੇ ਵਿੱਚ ਵੀ ਕੁਆਂਟਮ ਦੇ ਕੁਝ ਜਿਹੜੇ ਵਰਤਾਰੇ ਨੇ ਉਹਨੂੰ ਕੁਆਂਟਮ ਵਿਗਿਆਨ ਨਾਲ, ਜਿਵੇਂ ਕਬੂਤਰਾਂ ਦੇ ਉਡਾਨ ਨੂੰ ਵੀ ਉਹ ਕੀ ਚੀਜ਼ ਆ?
ਵੈਸੇ ਜੀਵ ਵਿਗਿਆਨ ਦੇ ਬਾਰੇ ਮੇਰੀ ਜਾਣਕਾਰੀ ਬਹੁਤ ਘੱਟ ਹੈ, ਫਿਰ ਵੀ ਕਦੇ ਕਦੇ ਪੜ੍ਹ ਲਈਦਾ ਕੁਛ ਨਾ ਕੁਛ ਤੇ ਚੰਗਾ ਲੱਗਦਾ। ਪਰ ਆਮ ਤੌਰ 'ਤੇ ਇੱਕ ਜਿਹੜੀ ਸਬਜੈਕਟ ਹੈ, ਅਗਰ ਤੁਸੀਂ ਇੱਕੇ ਸਬਜੈਕਟ ਨੂੰ ਕਾਫੀ ਜ਼ਿਆਦਾ ਉਹਦੇ ਨਾਲ ਜਾਣਦੇ ਆ ਜਾਂ ਜ਼ਿਆਦਾ ਸਟੱਡੀ ਕਰਦੇ ਆ ਤਾਂ ਕੀ ਹੁੰਦਾ ਹੈ ਕਿ ਤੁਸੀਂ ਉਸੇ ਨਜ਼ਰੀਏ ਦੇ ਉਹ ਜ਼ਿਆਦਾ ਬਾਕੀ ਸਬਜੈਕਟਾਂ ਨੂੰ ਵੀ ਉਸੇ ਨਜ਼ਰੀਏ ਤੋਂ ਦੇਖਦੇ ਆ ਫਿਰ ਅਤੇ ਉਸੇ ਤਰ੍ਹਾਂ ਨਾਲ ਉਸਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਜਾਂ ਤਾਂ ਉਸ ਤਰ੍ਹਾਂ ਨਾਲ ਕੌਨਸ਼ੀਅਸਨੈਸ ਨੂੰ ਅਗਰ ਤੁਸੀਂ ਉਹਦੇ ਨਾਲ ਦਿਮਾਗ ਦੇ ਕਿਸੇ ਕੈਮੀਕਲ ਰਿਐਕਸ਼ਨਾਂ ਨਾਲ ਨਿਊਰੋਨ ਟਾਈਪ ਦੇ ਜਿਹੜੇ ਸ਼ਬਦ ਆਉਂਦੇ ਇਹਦੇ ਵਿੱਚ ਵੀ ਉਹ ਹੁੰਦੇ ਨੇ ਤਾਂ ਮੈਮਰੀ ਜਿਹਨਾਂ ਨਾਲ ਉਹ ਬਣਦੀ ਹੈ ਵੀ ਅੰਦਰ ਵੀ ਆਪਣੇ ਬੜਾ ਸਿਸਟਮ ਇੱਦਾਂ ਦਾ ਹੈ ਉਹਦੇ ਵਿੱਚ ਜਿਹੜਾ ਜਿਸ 'ਚ ਕੈਮੀਕਲ ਰਿਐਕਸ਼ਨ ਹੁੰਦੀ ਹੈ ਜਾਂ ਕੈਮੀਕਲ ਬੌਂਡਿੰਗ ਹੈ ਇੱਦਾਂ ਕੁਛ ਅਤੇ ਉਹ ਕੌਨਸ਼ੀਅਸਨੈਸ ਦੇ ਨਾਲ ਰਿਲੇਟ ਕਰ ਕਰਕੇ ਕਾਫੀ ਤਸਵੀਰਾਂ ਜਿਹੀਆਂ ਬਣਾਈਆਂ ਹੁੰਦੀਆਂ ਜਾਂ ਹੋਰ। ਪਰ ਮੇਰੇ ਖਿਆਲ ਨਾਲ ਇਹੀ ਕਹਿਣਾ ਜ਼ਿਆਦਾ ਬਣਦਾ ਕਿ ਕੋਈ ਵੀ ਨਹੀਂ ਸਮਝਦਾ ਸ਼ਾਇਦ ਕਿ ਕੀ ਚੀਜ਼ ਹੈ ਇਹ ਕੌਨਸ਼ੀਅਸਨੈਸ ਹੈ। ਅੱਛਾ, ਮੁੰਡੇ ਦਾ ਵੀ ਇੱਕ ਚੀਜ਼ ਤਾਂ ਰਹੀ ਆ ਕਿ ਤੁਸੀਂ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਇਸ ਫੀਲਡ ਦੇ? ਨਹੀਂ, ਕੰਮ ਨਹੀਂ ਕਰ ਰਿਹਾ ਜੀ ਮੈਂ ਇਸ 'ਤੇ। ਪਹਿਲਾਂ ਤਾਂ ਵਿਹਲਾ ਹੁੰਦਾ ਸੀ ਜਦੋਂ ਸ਼ੌਕ ਮਨ ਦੇ ਮਤਲਬ ਵਿੱਚ ਇਹ ਸੀਗਾ ਹਮੇਸ਼ਾ। ਬੁੱਕਾ ਹੀ ਨੂੰ ਤੁਹਾਡੀ ਨੂੰ ਕਿੰਨਾ ਟਾਈਮ ਹੋ ਚੁੱਕਿਆ? ਇਹਨੂੰ ਤਾਂ ਹੋ ਗਏ ਜੀ 5 ਸਾਲ ਹੋਣ ਵਾਲੇ ਨੇ ਮੇਰੇ ਖਿਆਲ ਛਪੀ ਨੂੰ। ਤੇ ਇਹਦੇ ਲਈ ਪਹਿਲਾਂ 5 ਸਾਲ ਤਿਆਰੀ ਵੀ ਕੀਤੀ ਹੋਣੀ ਆ ਇਸ ਫੀਲਡ ਬਾਰੇ? ਇਸ ਤੋਂ ਪਹਿਲਾਂ ਮੈਂ 2 ਕਿਤਾਬਾਂ ਹੋਰ ਲਿਖੀਆਂ ਸੀਗੀਆਂ, ਉਹਨਾਂ ਨੂੰ ਮੈਂ ਛਪਵਾਇਆ ਨਹੀਂ ਹੈ। ਚਲੋ, ਪਰ ਇੱਕ ਚੀਜ਼ ਹੈ ਕਿ ਪੰਜਾਬੀ ਪੜ੍ਹ ਕੇ ਇੰਨੇ ਕਾਬਲ ਹੋ ਰਹੇ ਨੇ ਕਿ ਇਹ ਤੁਹਾਡੀ ਕਿਤਾਬ ਨੂੰ ਪੜ੍ਹ ਕੇ ਸਮਝ ਰਹੇ ਨੇ? ਆ ਰਹੇ ਨੇ ਪਿੱਛੇ ਮੈਂ ਹੁਣ ਪਿੱਛੇ ਆ ਦੇਖਦਾ ਰਹੇ। ਹੁੰਦਾ ਕਿ ਜੋ ਚੀਜ਼ਾਂ ਦੇ ਸ਼ੌਕ ਮੈਂ ਅੱਜ ਤੋਂ 8-9 ਸਾਲ ਪਹਿਲਾਂ ਰੱਖਦਾ ਸੀ ਤੇ ਲਿਖਦਾ ਸੀਗਾ, ਅੱਜ ਕੱਲ੍ਹ ਉਸ ਤਰ੍ਹਾਂ ਦਾ ਕਾਫੀ ਮਟੀਰੀਅਲ ਅੱਜ ਕੱਲ੍ਹ ਹੋਰ ਵੀ ਕੁਝ ਦੋਸਤ ਲਿਖਦੇ ਨੇ ਤੇ ਮੈਨੂੰ ਵਧੀਆ ਲੱਗਦਾ ਕਿ ਚਲੋ ਉਸ ਵੇਲੇ ਮੈਂ ਇਕੱਲਾ ਹੀ ਸੀ ਤੇ ਉਹ ਇਕੱਲਾ ਹੀ ਕਹਿਣਾ ਇਕੱਲਾ ਇਸ ਲਈ ਸੀ ਕਿ ਜਿਵੇਂ ਹੋਰ ਵੀ ਮੈਂ ਸਰਚ ਕਰਕੇ ਦੇਖਦਾ ਸੀ ਕਿ ਹੋਰ ਕੌਣ ਇੱਦਾਂ ਲਿਖਦਾ ਹੈ। ਉਹ ਹਾਲਤ ਹੁੰਦੀ ਹੈ ਕਿ ਮੇਰੇ ਵਰਗਾ ਹੋਰ ਕੌਣ ਹੈ ਲੱਭਣ ਦੀ, ਤੇ ਇਕੱਲਾ ਹੀ ਸੀਗਾ ਤੇ ਇਕੱਲੇ ਦੇ ਵਿੱਚ ਮੈਨੂੰ ਨਹੀਂ ਮਿਲਿਆ ਉਸ ਵਕਤ। ਸੱਚਮੁੱਚ ਮੈਂ ਐਵੇਂ ਕਹਾਂ ਕਿ ਥੋੜ੍ਹਾ ਫਿਰ ਮੈਂ ਉਸ ਜਾਣਨ ਦੀ ਕੋਸ਼ਿਸ਼ ਕਰੀ ਕਿ ਪੰਜਾਬੀ ਦੇ ਵਿੱਚ ਸਾਇੰਸ ਦੀਆਂ ਕਿਤਾਬਾਂ ਜਾਂ ਫਿਜ਼ਿਕਸ ਨਾਲ ਜਾਂ ਵਿਗਿਆਨ ਦੇ ਇਹਦੀਆਂ ਕਿਤਾਬਾਂ ਕਿਸ ਨੇ ਲਿਖੀਆਂ ਹੋਈਆਂ ਨੇ। ਕੁਲਦੀਪ ਸਿੰਘ ਧੀਰ ਜੀ ਦਾ ਨਾਮ ਮੈਨੂੰ ਵੈਸੇ ਹੀ ਪਤਾ ਸੀਗਾ, ਪਹਿਲਾਂ ਤੋਂ ਹੀ ਪਤਾ ਸੀ ਉਹਦਾ। ਪਰ ਇੱਕ ਵਿਦਵਾਨ ਸਿੰਘ ਸੋਨੀ ਦਾ ਨਾਮ ਵੀ ਮੈਨੂੰ ਕਿਸੇ ਨੇ ਦੱਸਿਆ ਵੀ ਉਹਨਾਂ ਦੀ ਇੱਕ ਕਿਤਾਬ ਹੈ, ਉਹਨਾਂ ਨੇ ਰਿਲੇਟੀਵਿਟੀ 'ਤੇ ਕਿਤਾਬ ਲਿਖੀ ਹੋਈ ਹੈ। ਉਹ ਮੈਂ ਡਾਊਨਲੋਡ ਕੀਤੀ ਇੱਕ ਦਿਨ, ਮੈਨੂੰ ਲੱਭ ਗਈ ਨੈੱਟ ਦੇ ਉੱਤੇ। ਉਹ ਮੈਨੂੰ ਥੋੜ੍ਹਾ ਜਿਹਾ ਚਲੋ ਲੱਗਿਆ ਕਿ ਉਹ ਤਾਂ ਅੰਗਰੇਜ਼ੀ ਵਿੱਚ ਹੈ ਜਾਂ ਉਹਨਾਂ ਨੇ ਵੀ ਪੰਜਾਬੀ 'ਚ ਲਿਖੀਆਂ। ਮੈਂ ਮਤਲਬ ਪੰਜਾਬੀ 'ਚ ਕਿਤਾਬਾਂ ਉੱਦਾਂ ਮਤਲਬ ਲੱਭਣੀਆਂ ਮੁਸ਼ਕਿਲ ਸੀ ਕਾਫੀ ਕਿ ਕਿੱਥੋਂ ਲੱਭੀ ਇਹਨਾਂ ਨੂੰ। ਅੰਗਰੇਜ਼ੀ ਦੀਆਂ ਤਾਂ ਨਿਰੀਆਂ ਪਈਆਂ ਮੇਰੇ ਕੋਲ, ਘੱਟੋ ਘੱਟ ਮੇਰੇ ਖਿਆਲ ਨਾਲ 1500 ਕਿਤਾਬ ਪਈ ਹੋਣੀ ਹੈ ਕੁਆਂਟਮ ਇਹਦੇ ਕੁਆਂਟਮ ਸਬਜੈਕਟ ਜਿਹੜੀ ਅੰਗਰੇਜ਼ੀ 'ਚ ਨੇ। ਬਹੁਤ ਉਹਨਾਂ ਨੂੰ ਕੈਟੇਗਰਾਈਜ਼ ਕਰਨਾ ਹੀ ਮੁਸ਼ਕਿਲ ਹੈ ਜਿੱਦਾਂ ਵੀ ਕਿਹੜੀ ਨੂੰ ਉਹਨਾਂ ਦਾ ਨਾਮ ਕੀ ਉਹ ਵੀ ਨਹੀਂ ਪਤਾ ਲੱਗਦਾ। PDF ਜਦੋਂ ਡਾਊਨਲੋਡ ਕਰਦੇ ਹਾਂ ਕਈ ਵਾਰੀ ਨਾਮ ਡਾਇਰੈਕਟ ਹੁੰਦਾ ਨਹੀਂ ਲਿਖਿਆ ਵਾ, ਖੋਲ੍ਹ ਕੇ ਦੇਖਣੀ ਪੈਂਦੀ ਫਾਈਲ ਕੇ ਅੰਦਰੋਂ ਕਿਹੜੀ ਬੁੱਕ ਦੀ ਫਾਈਲ ਹੈ। ਇਹ ਪਈਆਂ ਨੇ ਕੈਟੇਗਰਾਈਜ਼ ਕਰਨ ਨੂੰ। ਅਤੇ ਫਿਰ ਮੈਂ ਉਹਨਾਂ ਨੂੰ ਇੱਕ ਸਟੱਡੀ ਕੀਤਾ ਕਿ ਉਹਨਾਂ ਵਿੱਚੋਂ ਕਿਹੜੀ ਕਿਤਾਬ ਐਸੀ ਹੈ ਜਿਹੜੀ ਸਾਨੂੰ ਪੰਜਾਬੀ ਵਿੱਚ ਜਾਂ ਇੱਕ ਪੰਜਾਬੀ ਬੰਦੇ ਨੂੰ ਸਮਝਣ ਦੇ ਲਈ ਸਹਾਇਕ ਹੈ। ਬਹੁਤ ਔਖੀ ਮੈਨੂੰ ਮਤਲਬ ਬਹੁਤ ਮੁਸ਼ਕਲ ਦੇ ਨਾਲ ਕਿਤਾਬ ਲੱਭੀ, ਇੱਕ ਗ੍ਰੈਜੂਏਸ਼ਨ ਲੈਵਲ ਦਾ ਕੋਰਸ। ਉਹ ਮੈਂ ਟਰਾਂਸਲੇਟ ਕੀਤੀ, ਛਪਵਾਈ ਨਹੀਂ ਹੈਗੀ, ਥੋੜ੍ਹੀ ਜਿਹੀ ਟਰਾਂਸਲੇਸ਼ਨ ਉਸਦੀ ਪਿੱਛੇ ਦੀ ਰਹਿੰਦੀ ਹੈ। ਅੱਗੇ ਵਾਲੇ ਮੇਨ ਸਬਜੈਕਟ ਮੈਂ ਕਰ ਲਏ ਸੀਗੇ ਟਰਾਂਸਲੇਟ, ਹੁਣ ਵੀ ਪਏ ਨੇ ਟਰਾਂਸਲੇਟ ਕੀਤੇ, ਨੈੱਟ 'ਤੇ ਵੀ ਪਾਏ ਸੀਗੇ ਅਤੇ ਮੈਂ ਫੇਸਬੁੱਕ 'ਤੇ ਪਾਤੇ ਸੀ। ਹੁਣ ਵੀ ਉਹ ਮੇਰੇ ਕੁਆਂਟਮ ਵੇਕਸ ਵਾਲੇ ਪੇਜ ਦੇ ਉੱਤੇ ਉਹ ਪਈ ਹੈ ਕਿਤਾਬ ਗ੍ਰੈਜੂਏਸ਼ਨ ਲੈਵਲ ਕੋਰਸ ਵਾਲੀ। ਥੋੜ੍ਹੀ ਮੁਸ਼ਕਿਲ ਹੈ ਸਮਝਣੀ, ਥੋੜ੍ਹੀ ਜਿਹੀ ਮੁਸ਼ਕਿਲ ਹੈ ਕਿਉਂਕਿ ਉਹ ਬੁੱਕ ਬੇਸਿਕ ਦੇ ਬੇਸਿਕ ਵਰਜ਼ਨ ਨਹੀਂ ਹੈਗਾ ਸਿੱਖਣ ਦਾ। ਬੇਸਿਕ ਵਰਜ਼ਨ ਦੇ ਲਈ ਫਿਰ ਲਿਓਨਾਰਡ ਸਸਕਿੰਡ ਜੋ ਮੇਰਾ ਮਾਸਟਰ ਹੈ ਉਸ ਦੀ ਕਿਤਾਬ ਆਈ ਸੀਗੀ ਫਿਰ ਥਿਊਟੀਕਲ ਮਿਨੀਮਮ, ਉਹ ਪੂਰੀ ਦੀ ਪੂਰੀ ਟਰਾਂਸਲੇਟ ਕੀਤੀ ਮੈਂ। ਉਹ ਟਰਾਂਸਲੇਟ ਕਰਨ ਲਈ ਫਿਰ ਮੈਂ ਪੰਜਾਬੀ ਯੂਨੀਵਰਸਿਟੀ ਵਾਲੇ ਜੋਗਾ ਵਿਰਕ ਜੀ ਨੂੰ ਦੇ ਕੇ ਵੀ ਆਇਆ ਸੀਗਾ ਜਾਂ ਸੈਂਡ ਕਰਤੀ ਸੀਗੀ ਕਿਤਾਬ, ਮੈਂ ਮਿਲ ਕੇ ਆਇਆ ਸੀ ਉਹਨਾਂ ਨੂੰ ਮੈਂ ਵੀ ਇਹਨੂੰ ਤੁਸੀਂ ਵਿਦਿਆਰਥੀਆਂ ਨੂੰ ਪੜ੍ਹਨ ਲਗਾ ਦਿਓ। ਬੇਸਿਕ ਕੋਰਸ ਹੈ ਇਹ ਕੁਆਂਟਮ ਮਕੈਨਿਕਸ ਅਗਰ ਕਿਸੇ ਨੇ ਸਮਝਣੀ ਹੈ, ਕਿਉਂਕਿ ਮੇਰੀ ਬੁੱਕ ਵਿੱਚ ਵੀ ਇਸ ਦੇ ਵਿੱਚ ਕੋਈ ਕੁਆਂਟਮ ਮਕੈਨਿਕਸ ਦਾ ਬੇਸਿਕ ਕੋਰਸ ਹੈ ਨਹੀਂ। ਇਹ ਤਾਂ ਕੁਆਂਟਮ ਫੀਲਡ ਥਿਊਰੀ ਹੈ। ਇਹਦੇ ਵਿੱਚ ਉਹ ਮੈਂ ਵੀਡੀਓ ਦੇਖ ਕੇ ਪੰਜਾਬੀ 'ਚ ਆਪਣੇ ਸ਼ਬਦਾਂ 'ਚ ਉਤਾਰਤੀ, ਕਿਉਂਕਿ ਟਰਾਂਸਲੇਸ਼ਨ ਕਰਨੀ ਮੈਨੂੰ ਮੁਸ਼ਕਲ ਹੋਈ ਵੀ ਸੀ ਕਿ ਟਰਾਂਸਲੇਸ਼ਨ ਵਾਲੀ ਬੁੱਕ ਨੂੰ ਛਪਵਾਉਣਾ ਔਖਾ ਹੋ ਜਾਂਦਾ। ਟਰਾਂਸਲੇਸ਼ਨ ਵਾਲੀ ਬੁੱਕ ਦੇ ਵਿੱਚ ਡਿਫਰੈਂਟ ਸਬਜੈਕਟ ਆ ਜਾਂਦਾ ਹੈ ਕਿ ਜਿਹੜੇ
ਪ੍ਰਕਾਸ਼ਕ ਨੇ ਉਹ ਹੱਥ ਨਹੀਂ ਪਾਉਂਦੇ, ਕਿਉਂਕਿ ਇਹਦੇ ਵਿੱਚ ਹੁਣ ਬਹੁਤ ਵੱਡੇ ਸਾਇੰਟਿਸਟ ਦੀ ਬੁੱਕ ਹੈ ਉਹ, ਥਿਊਰੀਟੀਕਲ ਮਿਨੀਮਮ ਕੁਆਂਟਮ ਮਕੈਨਿਕਸ, ਲਿਓਨਾਰਡ ਸਸਕਿੰਡ ਦੀ ਸਟ੍ਰਿੰਗ ਥਿਊਰੀ ਦਾ ਪਿਤਾਮਾ ਉਹ। ਉਹਨਾਂ ਦੇ ਵਿੱਚ 5 ਜਿਹੜੇ ਸਾਇੰਟਿਸਟ ਉਹਨਾਂ ਵਿੱਚੋਂ ਇੱਕ ਹੈ, ਮੇਨ ਆ ਉਹਨਾਂ ਵਿੱਚੋਂ। ਅਤੇ ਉਹ ਮੈਂ ਆਪਣੇ ਨਾਮ ਤੋਂ ਕਿਉਂ ਛਪਵਾਵਾਂ ਉਸ ਕਿਤਾਬ ਨੂੰ? ਨਾਮ ਤੇ ਉਸਦਾ ਚਾਹੀਦਾ, ਉਸਦੀ ਕਿਤਾਬ ਹੈ, ਉਸਦੀ ਖੋਜ ਹੈ ਜਾਂ ਜੋ ਵੀ ਹੈ। ਮੈਂ ਉਸਦੀ ਕਿਤਾਬ ਨੂੰ ਮੈਂ ਆਪਣੇ ਨਾਮ ਤੋਂ ਕਿਵੇਂ ਛਪਵਾ ਲਵਾਂ? ਤਾਂ ਉਹ ਮੈਨੂੰ ਨਾਮ ਤੇ ਉਹਦਾ ਚਾਹੀਦਾ ਨਾ। ਮੈਂ ਤਾਂ ਅਨੁਵਾਦ ਕੀਤਾ ਉਸਦਾ। ਫਿਰ ਮੈਨੂੰ ਲੱਗਿਆ ਮੈਂ 2-3 ਕਿਤਾਬਾਂ ਜਦੋਂ ਟਰਾਂਸਲੇਟ ਕਰ 10 ਪਈਆਂ ਨੇ ਕਿਤਾਬਾਂ ਟਰਾਂਸਲੇਟ ਕੀਤੀਆਂ ਨੇ, ਕੁਝ ਪੂਰੀਆਂ ਨੇ ਕੁਝ ਅਧੂਰੀਆਂ ਨੇ। ਫਿਰ ਮੈਂ ਸੋਚਿਆ ਵੀ ਨਹੀਂ ਇਹਦਾ ਛਾਪਣ, ਇਹ ਤਾਂ ਪਹੁੰਚਣੀ ਹੀ ਨਹੀਂ ਅੱਗੇ ਪਾਠਕਾਂ ਤੱਕ, ਫਿਜ਼ੀਕਲ ਹਾਰਡ ਕਾਪੀ ਤਾਂ ਪਹੁੰਚਣੀ ਨਹੀਂ। PDF ਤਾਂ ਐਵੇਂ ਮੰਗਣ ਵਾਲੇ ਬਹੁਤ ਬੈਠੇ ਜਿਹੜੇ ਕਹਿੰਦੇ PDF ਦੇ ਦਿਓ ਸਾਨੂੰ। ਅਤੇ ਫਿਰ ਮੈਂ ਦੇਖਿਆ ਵੀ ਇਹ ਆਪਣੀ ਲਿਖਣੀ ਸ਼ੁਰੂ ਕਰਨੀ ਚਾਹੀਦੀ ਹੈ। ਵੀ ਹੁਣ ਤਾਂ ਮੈਂ ਸਿੱਖ ਗਿਆ, ਹੁਣ ਮੈਂ ਲਿਖ ਸਕਦਾ। ਅਤੇ ਇਸ ਤੋਂ ਪਹਿਲਾਂ ਮੈਂ 2 ਲਿਖੀਆਂ ਜਿਨ੍ਹਾਂ ਨੂੰ ਜਿਹੜਾ ਜਦੋਂ ਲਿਖ ਰਿਹਾ ਸੀ ਉਦੋਂ ਫਿਰ ਮੈਨੂੰ ਇੱਕ ਪੰਜਾਬੀ ਦੇ ਮੇਰੇ ਦੋਸਤ ਨੇ, ਫਰੈਂਡ ਜਿਹੜੇ ਫੇਸਬੁੱਕ ਫਰੈਂਡ ਆ, ਉਹ ਕਹਿੰਦੇ ਵੀ ਨਹੀਂ ਪਹਿਲਾਂ ਤੂੰ ਲਿਖਣ ਦਾ ਤਰੀਕਾ ਸਿੱਖ ਕਿਸੇ ਤੋਂ, ਵੀ ਕਿਤਾਬ ਲਿਖੀ ਦੀ ਕਿਵੇਂ ਹੈ, ਵੀ ਉਸਦੀ ਕੀ ਕਲਾ ਹੁੰਦੀ ਜਿਹੜੀ ਇਹ ਵੀ ਲਿਖਣ ਦੀ, ਵੀ ਇਹ ਤੈਨੂੰ ਕੋਈ ਸਿਖਾਏਗਾ ਪਹਿਲਾਂ ਉਹ ਸਿੱਖ। ਇਹਦੇ 'ਚ ਕੀ ਕੀ ਹੁੰਦਾ, ਕੁਛ ਮੰਦਰ ਕੁਛ ਇੱਦਾਂ ਦੇ ਨਾਮ ਵੀ ਦੱਸ ਰਹੇ ਸੀਗੇ ਉਹ, ਵੀ ਮੰਦਰ ਹੁੰਦਾ ਇਹਦੇ ਵਿੱਚ ਕੁਛ, ਮੈਨੂੰ ਨਹੀਂ ਪਤਾ ਵੀ ਉਹ ਕੀ ਹੁੰਦਾ। ਜਾਂ ਮੈਂ ਕਿਹਾ ਨਹੀਂ, ਅਗਰ ਮੈਂ ਇਹ ਚੱਕਰਾਂ 'ਚ ਪੈ ਗਿਆ ਫਿਰ ਮੈਂ ਲਿਖ ਲਿਆ ਕੁਛ। ਫਿਰ ਤਾਂ ਪਹਿਲਾਂ ਮੈਂ ਮਤਲਬ ਬੇਸਿਕ ਟ੍ਰੇਨਿੰਗ ਦੇ ਵਿੱਚ ਪੈ ਗਿਆ, ਇਸ ਵਿੱਚ ਕਿਤਾਬ ਕਿਵੇਂ ਲਿਖੀ ਦੀ ਹੈ। ਨਹੀਂ, ਮੈਂ ਤਾਂ ਐਵੇਂ ਹੀ ਚੱਲੂੰਗਾ। ਮੈਂ ਤਾਂ ਅੰਗਰੇਜ਼ਾਂ ਦਾ ਸਟਾਈਲ ਹੈ, ਜੋ ਅੰਗਰੇਜ਼ ਜਿਵੇਂ ਸਟਾਈਲ ਵਿੱਚ ਲਿਖਦੇ ਨੇ ਉਸਨੂੰ ਪੰਜਾਬੀ 'ਚ ਉਤਾਰਨ ਦੀ, ਟਰਾਂਸਲੇਸ਼ਨ ਦੀ ਕਾਫੀ ਮੈਨੂੰ ਚਲੋ ਐਕਸਪਰਟਨੈਸ ਹੋ ਗਈ ਸੀਗੀ। ਵਿਕੀਪੀਡੀਆ 'ਤੇ ਵੀ ਕਾਫੀ ਟਰਾਂਸਲੇਟ ਕਰਦਾ ਰਿਹਾ ਮੈਂ, ਕਾਫੀ ਜ਼ਿਆਦਾ ਆਰਟੀਕਲ 300-400 ਮੈਂ ਵੱਡੇ ਪੂਰੇ ਦੇ ਪੂਰੇ ਆਰਟੀਕਲ ਕੀਤੇ ਟਰਾਂਸਲੇਟ। ਵੀ ਉਸ ਤੋਂ ਮੈਨੂੰ ਉਹਨਾਂ ਦਾ ਸਟਾਈਲ ਤਾਂ ਆ ਹੀ ਗਿਆ, ਉਹ ਕੀ ਲਿਖਦੇ ਨੇ ਅੰਗਰੇਜ਼ੀ 'ਚ ਕਿਵੇਂ ਲਿਖਦੇ ਨੇ, ਉਹਨੂੰ ਪੰਜਾਬੀ ਤਾਂ ਮੈਂ ਬਣਾ ਹੀ ਸਕਦਾ। ਅਤੇ ਉਹਦੇ 'ਚ ਬੜੀ ਦਿੱਕਤ ਆਉਂਦੀ ਸੀ ਕਿ ਅੰਗਰੇਜ਼ੀ ਦੇ ਸ਼ਬਦਾਂ ਤੋਂ ਅਲੱਗ ਮੁੱਦਾ ਵੈਸੇ ਇਹ ਕਿ ਪੰਜਾਬੀ ਦੇ ਸ਼ਬਦ ਕਿਹੜੇ ਬਣਾਈਏ। ਖਾਸ ਤੌਰ 'ਤੇ ਉਹ ਕੁਆਂਟਮ ਸ਼ਬਦ ਹੀ ਹੈ, ਇਸਦਾ ਪੰਜਾਬੀ ਸ਼ਬਦ ਫਿਰ ਜੋਗਾ ਵਿਰਕ ਜੀ ਨੇ ਦੱਸਿਆ ਅਖੰਡ। ਉਹ ਠੀਕ ਹੈ, ਪਰ ਇਹ ਤਾਂ ਇੱਕ ਤਰ੍ਹਾਂ ਦਾ ਨਾਮ ਹੈ ਜੀ। ਹੁਣ ਕਿਸੇ ਬੰਦੇ ਦਾ ਨਾਮ ਅਗਰ ਫੁੱਲ ਹੈ, ਉਹ ਅਗਰ ਫੁੱਲ ਸਿੰਘ ਹੈ, ਉਹਨੂੰ ਅੰਗਰੇਜ਼ੀ 'ਚ ਹੁਣ ਫਲਾਵਰ ਸਿੰਘ ਤਾਂ ਨਹੀਂ ਕਹਿੰਦੇ, ਉਹਨੂੰ ਕਹਿੰਦੇ ਤਾਂ ਫੁੱਲ ਸਿੰਘ ਹੈ ਨਾ। ਤਾਂ ਵੀ ਇੱਦਾਂ ਉਹ ਨਾਮ ਨਾਲ ਛੇੜਖਾਨੀ ਨਹੀਂ ਕਰਨੀ ਚਾਹੀਦੀ। ਇਹ ਮੈਨੂੰ ਇੱਕ ਜਗਮੋਹਨ ਸਿੰਘ ਜੀ ਨੇ, ਮਾਲਵਾ ਬੰਦਲੀ ਕਾਲਜ ਵਾਲੇ, ਉਹਨਾਂ ਨੇ ਮੈਨੂੰ ਦੱਸਿਆ ਸੀ ਜਿਵੇਂ ਹੇਜ਼ਨਬਰਗ ਦਾ ਅਨਸਰਟਨਟੀ ਪ੍ਰਿੰਸੀਪਲ ਹੈ, ਇਹ ਉਸਦਾ ਨਾਮ ਹੈ ਜੀ ਪ੍ਰਿੰਸੀਪਲ ਦਾ, ਹੇਜ਼ਨਬਰਗਜ਼ ਅਨਸਰਟਨਟੀ ਪ੍ਰਿੰਸੀਪਲ। ਵੱਧ ਤੋਂ ਵੱਧ ਅਸੀਂ ਇਸ ਨੂੰ ਕਹਿ ਸਕਦੇ ਹਾਂ ਹੇਜ਼ਨਬਰਗ ਦਾ ਅਨਸਰਟਨਟੀ ਪ੍ਰਿੰਸੀਪਲ। ਪੰਜਾਬੀ 'ਚ ਇਸ ਨੂੰ ਅਨਿਸ਼ਚਿਤਤਾ ਸਿਧਾਂਤ ਲਿਖ ਦਿੰਦੇ ਹਾਂ ਅਸੀਂ, ਪ੍ਰਿੰਸੀਪਲ ਨੂੰ ਵੀ ਸਿਧਾਂਤ ਲਿਖ ਦਿੰਦੇ ਹਾਂ। ਵੀ ਉਹ ਪੰਜਾਬੀ ਅਸੀਂ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਵੱਧ ਤੋਂ ਵੱਧ ਜਿੰਨੀ ਬਣ ਸਕੇ, ਪਰ ਉਹ ਗਲਤ ਹੈ। ਉਸਦਾ ਜੋ ਨਾਮ ਹੈ ਉਹਦਾ ਨਾਮ ਹੈ ਜੀ ਪ੍ਰਿੰਸੀਪਲ ਦਾ, ਅਤੇ ਉਹੀ ਰਹਿਣਾ ਚਾਹੀਦਾ। ਉਸ ਨੂੰ ਅਨਸਰਟਨਟੀ ਪ੍ਰਿੰਸੀਪਲ ਕਹਿਣਾ ਹੀ ਬਣਦਾ। ਬਿਲਕੁਲ। ਚਲੋ ਮੁੰਡੇ ਸਾਹਿਬ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਅੱਗੇ ਵੀ ਗੱਲ ਕਰਦਾ ਰਹਿੰਦੇ। ਬਾਕੀ ਦਰਸ਼ਕਾਂ ਦਾ ਇਹ ਵੀ ਗੱਲ ਹੈ ਕਿ ਇਹ ਕਨਸੈਪਟ ਥੋੜ੍ਹਾ ਜਿਹਾ ਵਿਗਿਆਨ, ਥੋੜ੍ਹੇ ਜਿਹੇ ਦੀ ਸ਼ਬਦਾਵਲੀ ਥੋੜ੍ਹੀ ਜਿਹੀ ਔਖੀ ਆ। ਆਪਾਂ ਇਹਨਾਂ ਸ਼ਬਦਾਂ ਦੇ ਆਦੀ ਨਹੀਂ ਸ਼ਾਇਦ, ਇਹਦੇ ਕਰਕੇ ਵੀ ਇਹ ਵਿਗਿਆਨ ਥੋੜ੍ਹਾ ਜਿਹਾ ਰੁੱਖਾ ਜਿਹਾ ਸਮਝਿਆ ਜਾਂਦਾ ਪੰਜਾਬੀ ਦੇ ਵਿੱਚ। ਪਰ ਇਹ ਜਿਨ੍ਹਾਂ ਦਾ ਇਸ ਕਨਸੈਪਟ ਨਾਲ ਲਗਾਅ, ਉਹਨਾਂ ਲਈ ਇਹ ਹੋਰ ਵੀ ਜ਼ਿਆਦਾ ਦਿਲਚਸਪ ਹੋ ਜਾਂਦਾ। ਅਤੇ ਬਹੁਤ ਸਵਾਗਤ, ਬਹੁਤ ਧੰਨਵਾਦ ਜੀ ਮੁੰਡੇ ਸਾਹਿਬ।